ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਹਾਂ ਜਾਏ ਮੋਕੋ ਤਬ ਹੈ। ਇਹ ਉਪਦੇਸ਼ ਬਤਾਏ ਨਮਿਤ ਮਾਤਰ ਅਵਤਾਰ ਧਰ। ਈਸਟ ਧਰਮੀ ਆਏ ਤਹਾਂ ਜਾਏ ਮੋਕੋ ਤਬ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਹੋ ਜੋ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਸਤਿਗੁਰੂ ਜੀ ਦੇ ਤੁਰ ਕੀ ਬਾਣੀ ਸੱਚ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਗੁਰੂ ਜੀ ਨੇ ਨਿਹਾਲ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਕਿ ਗੁਰੂ ਨਾਨਕ ਸਾਹਿਬ ਪੂਰਨ ਗੁਰ ਅਵਤਾਰ ਸੱਚੇ ਪਾਤਸ਼ਾਹ ਜੀ ਹਨ, ਉਹਨਾਂ ਦੀ ਆਪਾਂ ਲੜੀਵਾਰ ਕਥਾ ਰੋਜ਼ਾਨਾ ਹੀ ਸਰਵਣ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਦੀ ਬੇਨਤੀ ਕਰਨੇ ਕਰਕੇ ਲੰਕਾ ਵਿੱਚ ਪ੍ਰਵੇਸ਼ ਕੀਤਾ। ਇੱਥੇ ਜਾ ਕੇ ਜਿਵੇਂ ਗੁਰਮੁਖ ਜੋ ਵਿਭੀਖਣ ਸੀ ਰਾਵਣ ਦਾ ਭਰਾ, ਉਸ ਨਾਲ ਮੇਲ ਮਿਲਾਪ ਕੀਤਾ।
ਜਦੋਂ ਸਤਿਗੁਰੂ ਜੀ ਉੱਥੇ ਲੰਕਾ ਨਗਰੀ ਦੇ ਨੇੜੇ ਗਏ ਹੈ ਅਤੇ ਦੋ ਕੁ ਦੈਂਤ ਆਏ ਹੈ। ਉਹਨਾਂ ਪੁੱਛਿਆ ਵੀ ਆਪ ਜੀ ਕੌਣ ਹੋ, ਕਿੱਧਰ ਤੁਰ ਫਿਰ ਰਹੇ ਹੋ? ਅਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੋ ਆਪ ਜੀ ਦਾ ਰਾਜਾ ਹੈ ਵਿਭੀਖਣ ਦੈਂਤ, ਉਹਨੂੰ ਕਹੋ ਵੀ ਇੱਥੇ ਬਾਹਰ ਸਾਡੇ ਨਾਲ ਮਿਲਣ ਜੁਲਣ, ਕਿਉਂਕਿ ਅਸੀਂ ਉਹਨਾਂ ਦੇ ਮਹਿਲਾਂ ਵਿੱਚ ਨਹੀਂ ਜਾਣਾ ਹੈ। ਜੇ ਉਹ ਇੱਥੇ ਆਉਣਗੇ ਤਾਂ ਫਿਰ ਅਸੀਂ ਉਹਨਾਂ ਨੂੰ ਮਿਲਾਂਗੇ। ਜਿਸ ਕਰਕੇ ਉਹ ਦੈਂਤਾਂ ਨੇ ਜਾ ਕੇ ਵਿਭੀਖਣ ਜੀ ਨੂੰ ਦੱਸਿਆ ਕਿ ਵਿਭੀਖਣ ਰਾਜਾ ਜੀ ਐਸੇ ਕੁਝ ਆਏ ਆ ਬਾਹਰ, ਜਿਨ੍ਹਾਂ ਨੂੰ ਅਸਾਂ ਨੇ ਪੁੱਛਿਆ ਵੀ ਤੁਸੀਂ ਕੌਣ ਹੋ? ਕਹਿੰਦੇ ਅਸੀਂ ਰਾਮ ਜੀ ਹਾਂ। ਅਤੇ ਆਪ ਜੀ ਨੂੰ ਉਹਨਾਂ ਨੇ ਮਿਲਣ ਵਾਸਤੇ ਬੁਲਾਇਆ ਹੈ। ਇਹ ਕੁਝ ਸੁਣ ਕੇ ਵਿਭੀਖਣ 'ਤੇ ਬਹੁਤ ਪ੍ਰਸੰਨ ਹੋਇਆ। ਚੰਗੀ ਜਿਹੜੀ ਭੇਟਾ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖੀ, ਦਰਸ਼ਨ ਕੀਤੇ, ਮੱਥਾ ਟੇਕਿਆ। ਫਿਰ ਕਿਹਾ ਵੀ ਸਤਿਗੁਰੂ ਜੀ ਕਹਿਣ ਲੱਗੇ ਵੀ ਵਿਭੀਖਣ ਜੀ ਆਪ ਜੀ ਨੂੰ ਕਿੰਨਾ ਚਿਰ ਹੋ ਗਿਆ ਰਾਮ ਜੀ ਤੋਂ ਵਿਛੜਿਆ ਹੋਇਆ, ਅਤੇ ਆਪ ਕਦੀ ਫਿਰ ਮਿਲੇ ਕਿ ਨਹੀਂ ਮਿਲੇ ਹੋ? ਕਹਿਣ ਲੱਗੇ ਮਹਾਰਾਜ ਇਹ ਸੰਤ ਜੀ ਜਦੋਂ ਦੇ ਸ਼੍ਰੀ ਰਾਮ ਚੰਦਰ ਜੀ ਮੇਰੇ ਤੋਂ ਸਰੀਰ ਕਰਕੇ ਵਿਛੜੇ, ਪਰ ਉਹਨਾਂ ਦਾ ਜਿਹੜਾ ਨਾਮ ਹੈ ਮੈਂ ਸਦਾ ਹੀ ਆਪਣੇ ਹਿਰਦੇ ਵਿੱਚ ਧਾਰ ਕੇ ਰੱਖਿਆ ਹੋਇਆ ਹੈ। ਇਸ ਕਰਕੇ ਜਿਹੜੇ ਵੀ ਨਾਮ ਸਦਾ ਹਿਰਦੇ ਵਿੱਚ ਧਾਰਦੇ ਆਪਣੇ ਪਿਆਰੇ ਦਾ, ਉਹ ਕਦੀ ਵਿਛੜਦੇ ਨਹੀਂ ਹੈ ਮਹਾਰਾਜ। ਇਸ ਕਰਕੇ ਮੈਂ ਤਾਂ ਸਦਾ ਹੀ ਉਹਨਾਂ ਦੇ ਆਨੰਦ ਵਿੱਚ ਮਗਨ ਮਸਤ ਰਹਿੰਦਾ ਹਾਂ। ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਇਹ ਵਚਨ ਸੁਣ ਕੇ, ਅਤੇ ਫਿਰ ਵਿਭੀਖਣ ਨੂੰ ਜਿਹੜਾ ਮਹਾਰਾਜ ਨੇ ਉਪਦੇਸ਼ ਕੀਤਾ ਸੀ ਉਹ ਆਪਾਂ ਵਿਸਥਾਰ ਨਾਲ ਪਿੱਛੇ ਸਰਵਣ ਕਰ ਹੀ ਲਿਆ ਹੈ। ਅੱਗੇ ਜਿਵੇਂ ਗੁਰੂ ਸਾਹਿਬ ਜੀ ਨੇ ਸਾਰਾ ਪ੍ਰਸੰਗ ਪੁੱਛਿਆ ਇਹਨੂੰ ਵਿਭੀਖਣ ਭਗਤ ਨੇ ਉਹ ਸਾਰਾ ਕੁਝ ਦੱਸਿਆ। ਉਹ ਸਾਰਾ ਕੁਝ ਦੱਸ ਕੇ ਕਿ ਮਹਾਰਾਜ ਐਵੇਂ ਰਾਮਚੰਦਰ ਜੀ ਰਾਵਣ ਦਾ ਵੱਧ ਕਰਕੇ, ਸਾਰਿਆਂ ਦਾ ਨਾਸ਼ ਕਰਕੇ, ਅਤੇ ਰਾਮ ਜੀ ਅਯੁੱਧਿਆ ਨਗਰੀ ਨੂੰ ਵਾਪਸ ਚਲੇ ਗਏ। ਸੀਤਾ ਮਾਤਾ ਨੂੰ ਲੈ ਕੇ ਆਪਣੀ ਦਲ ਸੈਨਾ ਦੇ ਸਮੇਤ ਮੈਨੂੰ ਵੀ ਲੈ ਲਿਆ, ਮੈਂ ਵੀ ਚਲਾ ਗਿਆ। ਫਿਰ ਉੱਥੇ ਜਾ ਕੇ ਜੋ ਉਪਦੇਸ਼ ਕੀਤਾ ਉਹ ਅੱਜ ਗੁਰਮੁਖ ਵਿਭੀਖਣ ਜਿਹੜਾ ਸਤਿਗੁਰੂ ਜੀ ਨੂੰ ਦੱਸ ਰਹੇ ਹੈ। ਜਿਵੇਂ ਕਿ ਕੱਲ੍ਹ ਵਿਚਾਰ ਆਈ ਸੀ, ਕਈ ਸੁਣ ਸੁਣਾ ਕੇ ਇਵੇਂ ਪ੍ਰਤੀਤ ਹੁੰਦਾ ਵੀ ਇਹ ਜੀ ਰਾਮਾਇਣ ਦੀ ਕਥਾ ਹੈ ਸਾਰੀ, ਅਤੇ ਉਹ ਜਿਸ ਕਰਕੇ ਸ਼ੰਕਾ ਵਿੱਚ ਪੈ ਜਾਂਦੇ ਹੈ। ਪਰ ਸਤਿਗੁਰੂ ਮਹਾਰਾਜ ਜੀ ਨੇ ਜੋ ਉਪਦੇਸ਼ ਕੀਤਾ ਹੈ, ਜਿਵੇਂ ਵਿਭੀਖਣ ਭਗਤ ਜੀ ਨਾਲ ਵਿਚਾਰ ਵਟਾਂਦਰੇ ਹੋਏ, ਕਿਉਂਕਿ ਤ੍ਰੇਤੇ ਯੁੱਗ ਵਿੱਚ ਵਿਭੀਖਣ ਦੀ ਕਥਾ ਹੈ ਰਾਮ ਜੀ ਦੇ ਸਮੇਂ। ਕੋਈ ਕਹਿ ਦੇਵੇ ਵੀ ਅਗਿਆਨੀ ਪੁਰਸ਼ ਵੀ ਵਿਭੀਖਣ ਕੀ ਕਲਯੁਗ 'ਚ ਬੈਠਾ ਸੀ, ਪਰ ਸਾਧ ਸੰਗਤ ਜੀ ਜੋ ਵਿਭੀਖਣ ਭਗਤ ਉਹਦੇ ਐਵੇਂ ਲਿੰਗ ਸਰੀਰ ਵਿੱਚ ਭਾਵ ਸੂਖਮ ਸਰੀਰ ਜਿਹਨੂੰ ਕਿਹਾ ਜਾਂਦਾ ਹੈ, 5 ਤੱਤਾਂ ਦੀ ਦੇਹ, ਅਸਥੂਲ ਸਰੀਰ ਹੈ, 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਪ੍ਰਾਣ, ਮਨ ਅਤੇ ਬੁੱਧ, ਇਹਨੂੰ ਲਿੰਗ ਸਰੀਰ ਜਾਂ ਸੂਖਮ ਸਰੀਰ ਕਿਹਾ ਜਾਂਦਾ। ਜਿਹੜੇ ਦੇ ਕੋਈ ਸਾਰੀ ਉਮਰ ਕੋਈ ਚੱਜ ਦਾ ਕੰਮ ਨਹੀਂ ਕਰਦੇ ਅਤੇ ਉਹਨਾਂ ਦਾ ਸੂਖਮ ਸਰੀਰ ਜੂਨਾਂ ਵਿੱਚ ਅਤੇ ਵੈਸੇ ਵੀ ਭਟਕਦਾ ਹੀ ਰਹਿੰਦਾ ਹੈ। ਪਰ ਜਿਹੜੇ ਨਾਮ ਅਭਿਆਸ ਕਰਦੇ ਹੈ, ਸੇਵਾ ਕਰਦੇ, ਕਿਤੇ ਕੋਈ ਕਮੀ ਰਹਿ ਜਾਏ, ਉਹ 'ਚ ਪਦਵੀ ਅਜੇ ਨਾ ਪ੍ਰਾਪਤ ਹੋਵੇ, ਤਾਂ ਉਹ ਸੂਖਮ ਸਰੀਰ ਵਿੱਚ ਹੀ ਨਾਮ ਦੇ ਵਿੱਚ ਲਿਵ ਲਾ ਕੇ ਅਤੇ ਆਪਣਾ ਜਿਹੜਾ ਆਨੰਦ ਲੈਂਦੇ ਰਹਿੰਦੇ। ਇਸੇ ਤਰ੍ਹਾਂ ਹੁਣ
ਭੀਖਣ ਗੁਰਮੁਖ ਨੂੰ ਸ਼੍ਰੀ ਰਾਮਚੰਦਰ ਭਗਵਾਨ ਦੀ ਸੰਗਤ ਹੋਈ ਸੀ, ਗੁਰਮੁਖਤਾਈ ਕੀਤੀ ਹੈ, ਭੇਜ ਦਿੱਤਾ ਸੀ। ਤਾਂ ਕਰਕੇ ਉਹ ਜਿਹੜਾ ਪੰਜ ਤੱਤਾਂ ਦਾ ਦੇਹ ਤੇ ਛੁੱਟ ਗਈ, ਪਰ ਲਿੰਗ ਸਰੀਰ ਸੂਖਮ ਸਰੀਰ ਵਿੱਚ ਰਹਿ ਕੇ ਉਹ ਰਾਮ ਦੇ ਨਾਮ ਦਾ ਆਨੰਦ ਲੈ ਰਹੇ ਸੀ। ਉਸੇ ਸਰੀਰ ਵਿੱਚ ਹੀ ਸਤਿਗੁਰ ਜੀ ਦੇ ਨਾਲ ਇਹ ਮਿਲੇ। ਫਿਰ ਜਿਵੇਂ ਬਚਨ ਵਿਲਾਸ ਹੋਏ, ਪਿੱਛੇ ਕੁਝ ਪ੍ਰਸੰਗ ਲੰਘ ਗਿਆ ਹੈ, ਆਪਾਂ ਸਰਵਣ ਕਰ ਲਿਆ ਹੈ। ਅੱਗੇ ਜਿਵੇਂ ਰਹਿੰਦਾ ਪ੍ਰਸੰਗ ਆ ਰਿਹਾ ਹੈ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਹਾਂ ਜਾਏ ਮੋਕੋ ਤਬ ਹੈ। ਭਗਤ ਭੀਖਣ ਜੀ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ, ਐਵੇਂ ਸ਼੍ਰੀ ਰਾਮਚੰਦਰ ਭਗਵਾਨ ਜੀ ਅਯੁੱਧਿਆ ਨਗਰੀ ਵਾਪਸ ਚਲੇ ਗਏ, ਸਾਰੀ ਸੈਨਾ ਲੈ ਲਈ ਅਤੇ ਨਾਲ ਮੈਨੂੰ ਵੀ ਲੈ ਗਏ ਸਨ। ਅਤੇ ਉੱਥੇ ਜਾ ਕੇ ਮੈਨੂੰ ਭਗਵਾਨ ਰਾਮਚੰਦਰ ਜੀ ਨੇ ਤਾਂ ਇਹ ਉਪਦੇਸ਼ ਬਤਾਏ। ਇਸ ਤਰ੍ਹਾਂ ਦਾ ਜਿਹੜਾ ਉਪਦੇਸ਼ ਸੀ ਉਹ ਦੇਣਾ ਕੀਤਾ, ਇਸ ਤਰ੍ਹਾਂ ਦਾ ਉਪਦੇਸ਼ ਦੱਸਿਆ। ਨਮਿਤ ਮਾਤਰ ਅਵਤਾਰ ਧਾਰ। ਇਹ ਭੀਖਣ ਭਗਤ ਜਿਹੜੇ ਨਿਮਿਤ ਮਾਤਰ ਆ, ਕਿਸੇ ਕਾਰਨ ਮਾਤਰ ਹੀ, ਕਿਸੇ ਕਾਰਨ ਵਾਸਤੇ ਅਵਤਾਰ ਧਾਰ ਕੇ ਈਸਟ ਧਰਨੀ ਈਸ਼ਰ ਗਿਆ ਈਸ਼ਰ ਧਰਨੀ ਆਏ। ਤੇ ਈਸ਼ਵਰ ਜੋ ਸਾਰਿਆਂ ਦਾ ਮਾਲਕ ਪਰਮਾਤਮਾ ਹੈ, ਉਹ ਸਮੇਂ ਸਮੇਂ ਨਾਲ ਧਰਤੀ 'ਤੇ ਆਉਂਦਾ ਹੈ, ਕਿਸੇ ਕਾਰਨ ਵਾਸਤੇ ਅਵਤਾਰ ਧਾਰ ਕੇ ਚਾਪਈ ਕਾਰਜ ਕਰ ਬੈਕੁੰਠ ਸੋ ਜਾਵਹਿ। ਫਿਰ ਆਪਣਾ ਕਾਰਜ ਕਰਕੇ, ਜਿਸ ਕਾਰਜ ਵਾਸਤੇ ਆਇਆ ਹੁੰਦਾ ਹੈ ਈਸ਼ਵਰ, ਤੋ ਬੈਕੁੰਠ ਆਪਣੇ ਸਹਿ ਸਰੂਪ 'ਚ ਹੀ ਚਲਿਆ ਜਾਂਦਾ ਹੈ। ਤਿਨ ਕੇ ਗੁਣ ਪੜ ਸੁਨ ਸੁਖ ਪਾਵਹਿ। ਉਸ ਪਰਮਾਤਮਾ ਦੇ ਜੋ ਕੀਤੇ ਹੋਏ ਕੌਤਕ ਹੈ, ਉਹਨਾਂ ਗੁਣਾਂ ਨੂੰ ਪੜ੍ਹ ਸੁਣ ਕੇ ਸੁਖ ਪਾਉਂਦੇ ਹੈ ਗੁਰਮੁਖ ਜਨ। ਹੈ ਅਵਤਾਰ ਸੰਤ ਨਿਤ ਮੇਰੇ। ਬਾਕੀ ਵੀ ਭੀਖਣ ਜਿਹੜੇ ਆ ਸੰਤ ਹੈ ਨਾ, ਸਾਧੂ ਸੰਤ, ਇਹ ਤੇ ਮੇਰੇ ਹਮੇਸ਼ਾ ਨਿਤ ਅਵਤਾਰ ਹੈ, ਸਦਾ ਹੀ ਅਵਤਾਰ ਜਿਹੜਾ ਮੇਰਾ ਉਹ ਸੰਤ ਹਨ। ਤਿਨ ਮਿਲਾਪ ਅਗ ਜਾਹੇ ਕਨੇਰੇ। ਜਿਨ੍ਹਾਂ ਸੰਤਾਂ ਨੂੰ ਮਿਲਣ ਕਰਕੇ, ਮਿਲ ਮਿਲਾਪ ਕਰਨ ਕਰਕੇ ਵੱਡੇ ਵੱਡੇ ਬੱਜਰ ਪਾ ਬਹੁਤੇ ਚਲੇ ਜਾਂਦੇ, ਨਾਸ ਹੋ ਜਾਂਦੇ ਐ। ਸੰਤ ਮੋਹੇ ਮਹਿ ਭੇਦ ਨਾ ਕੋ। ਕਿਉਂਕਿ ਸੰਤਾਂ ਵਿੱਚ ਤੇ ਮੇਰੇ ਵਿੱਚ ਹੈ ਭੀਖਣ ਕੋਈ ਭੇਦ ਫਰਕ ਨਹੀਂ ਜਾਣਨਾ ਹੈ, ਫਰਕ ਨਹੀਂ ਹੈ। ਸੰਤ ਰਾਮ ਹੈ ਏਕੋ। ਐਸੇ ਰਾਮ ਕਹਾ ਦੁਖ ਖੋ। ਇਹ ਗੁਰੂ ਨਾਨਕ ਸਾਹਿਬ ਜੀ ਐਸੇ ਜਿਹੜੇ ਰਾਮ ਜੀ ਨੇ ਮੈਨੂੰ ਜਿਹੜੇ ਬਚਨ ਕਹੇ ਸਨ, ਦੁੱਖ ਨੂੰ ਨਾਸ ਕਰਨ ਵਾਲੇ, ਖੋਣ ਵਾਲੇ ਬਚਨ, ਸੋ ਤੁਮ ਸੰਤ ਸਦਾ ਸੁਖਦਾਈ। ਉਹ ਇਸ ਤਰ੍ਹਾਂ ਮੈਨੂੰ ਤੇ ਉਹੀਓ ਤੁਸੀਂ ਵਾਹਿਗੁਰੂ ਪਰਮੇਸ਼ਰ ਦੇ ਸੰਤ ਦਿਸ ਰਹੇ ਹੋ, ਸਦਾ ਹੀ ਸੁਖ ਦੇਣ ਵਾਲੇ, ਸੁਖਦਾਈ। ਕਰ ਉਪਦੇਸ਼ ਦੇਹੁ ਸਮਝਾਈ। ਇਸ ਕਰਕੇ ਇਹ ਪੂਰਨ ਸੰਤ ਜੀ, ਭਾਵ ਸੰਤ ਪਰਮਾਤਮਾ ਦਾ ਨਾਮ ਵੀ ਸਾ ਅੰਤ, ਜੋ ਅੰਤ ਸਮੇਂ ਸਹਾਇਤਾ ਕਰੇ, ਉਹ ਕੌਣ ਕਰਦਾ? ਉਹ ਪਰਮਾਤਮਾ। ਇਸ ਕਰਕੇ ਦਸਮ ਪਿਤਾ ਜੀ ਨੇ ਸਮੇਂ ਸੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਸੁਣਾਈ। ਵੀ ਸੰਤ ਪਰਮਾਤਮਾ ਨੂੰ ਵੀ ਕਿਹਾ ਜਾਂਦਾ ਹੈ। ਕਹਿਣ ਲੱਗੇ ਵੀ ਤੁਸੀਂ ਤੇ ਮੈਨੂੰ ਸੰਤ ਪਰਮਾਤਮਾ ਦਿਸ ਰਹੇ, ਉਹੀ ਸਦਾ ਸੁਖਦਾਈ। ਇਸ ਕਰਕੇ ਆਪਣਾ ਉਪਦੇਸ਼ ਦੇ ਕਰਕੇ ਮੈਨੂੰ ਸਮਝਾ ਦਿਓ ਗਿਆਨ ਸਰੂਪ ਨੂੰ। ਰਘੁਬਰ ਤੁਮ ਮਹਿ ਭੇਦ ਨਾ ਜਾਣਾ। ਮੈਂ ਕਿਉਂਕਿ ਆਪ ਜੀ ਤੇ ਰਾਮਚੰਦਰ ਵਿੱਚ ਕੋਈ ਭੇਦ ਨਹੀਂ ਜਾਣਦਾ,
ਫਰਕ ਨਹੀਂ ਜਾਣਦਾ ਵੀ ਰਾਮ ਜੀ ਵੱਡੇ ਸਨ ਜਾਂ ਤੁਸੀਂ ਛੋਟੇ ਹੋ, ਜਾਂ ਵੀ ਫਰਕ ਸਮਝਾਂ ਵੀ ਰਾਮ ਜੀ ਵੱਖਰੇ ਤੁਸੀਂ ਵੱਖਰੇ ਹੋ, ਕੋਈ ਭੇਦ ਨਹੀਂ ਜਾਣਦਾ ਸੰਤ ਮਹਾਰਾਜ। ਈਸ਼ਰ ਏਕ ਸਮਾਨ ਪਛਾਨਾ, ਇੱਕ ਜੋ ਈਸ਼ਵਰ ਹੈ ਤੇ ਆਪ ਜੀਓ ਮੈਂ ਇੱਕ ਹੀ ਰੂਪ ਪਛਾਣਦਾ, ਇੱਕ ਸਮਾਨ ਹੀ ਪਛਾਣਦਾ। ਈਸ਼ਵਰ ਨੂੰ ਵੱਡਾ ਤੁਹਾਨੂੰ ਛੋਟਾ ਨਹੀਂ ਪਛਾਣਦਾ ਜੀ। ਬਿਨਾ ਸਨੀ ਸੁਨ ਕੈ ਤਿਹ ਬਾਨੀ, ਇਸ ਤਰ੍ਹਾਂ ਭੀਖਣ ਭਗਤ ਦੀ ਜਿਹੜੀ ਹੈ ਬਹੁਤ ਬੇਨਤੀਆਂ ਸੁਣ ਕੇ ਤੇ ਬਾਣੀ ਬਚਨ ਸੁਣ ਕੇ ਬੋਲੇ ਸ੍ਰੀ ਨਾਨਕ ਗੁਣ ਖਾਨੀ। ਗੁਣਾਂ ਦੇ ਖਾਨ ਸਤਿਗੁਰੂ ਨਾਨਕ ਤੇ ਮਹਾਰਾਜ ਜੀ ਫਿਰ ਗੁਰਬਾਣੀ ਵਿੱਚ ਹੀ ਬਚਨ ਬੋਲੇ ਐ। ਸ੍ਰੀ ਮੁਖ ਵਾਕ ਗੁਰਮੁਖ ਬਾਂਧਿਓ ਸੇਤ ਵਿਧਾਤਾ, ਜੋ ਸਿੱਧ ਗੋਸ਼ਟ ਵਿੱਚ 40 ਪੌੜੀ ਆਉਂਦੀ ਹੈ ਤੇ ਉਹ ਜਿਹੜੀ ਪੌੜੀ ਉਚਾਰਨ ਕੀਤੀ ਇੱਥੇ ਭੀਖਣ ਭਗਤ ਜੀ ਨਾਲ ਜਿਹੜੀ ਹੈ ਉਹ ਉਚਾਰਨ ਕੀਤੀ ਹੈ। ਕਹਿੰਦੇ ਗੁਰਮੁਖ ਬਾਂਧਿਓ ਸੇਤ ਵਿਧਾਤੇ, ਕਿਹੇ ਭੀਖਣ ਜੀ ਜੋ ਗੁਰਮੁਖ ਸ਼੍ਰੀ ਰਾਮ ਚੰਦਰ ਜੀ ਸਨ, ਉਹਨਾਂ ਨੇ ਗੁਰਮੁਖਤਾਈ ਕਰਕੇ ਆਪਣੇ ਵਿਸ਼ਿਸ਼ਟ ਗੁਰੂ ਦੇ ਜਿਹੜੇ ਹੈ ਬਚਨਾਂ 'ਤੇ ਚੱਲ ਕੇ ਤੇ ਫਲ ਵਰਦਾ ਤੇ ਪਰਮੇਸ਼ਰ ਦਾ ਰਾਮ ਨਾਮ ਲੈ ਕੇ ਪ੍ਰਤਾਪੀ ਸਮੁੰਦਰ ਉੱਪਰ ਪੁਲ ਬੰਨ੍ਹ ਦਿੱਤਾ ਸੀ। ਲੰਕਾ ਲੂਟੀ ਦਾਤ ਸੰਤਾਪੈ, ਤੇ ਉਹ ਜਿਹੜਾ ਮੂਰਖ ਰਾਵਣ ਸੀ ਉਹਦੀ ਲੰਕਾ ਨੂੰ ਲੁੱਟਿਆ ਪੁੱਟਿਆ ਤੇ ਸਾਰੇ ਦੈਂਤ ਜਿਹੜੇ ਭਲੀ ਪ੍ਰਕਾਰ ਹੀ ਤਪਾਏ ਮਾਰੇ, ਸਭ ਦੈਂਤਾਂ ਨੂੰ ਮਾਰਨਾ ਕੀਤਾ, ਦੁੱਖ ਦੇਣਾ ਕੀਤਾ। ਰਾਮ ਚੰਦ ਮਾਰਿਓ ਅਹ ਰਾਵਣ, ਜੋ ਰਾਮ ਚੰਦਰ ਜੀ ਉਹਨਾਂ ਨੇ ਇਹ ਕਈ ਹੰਕਾਰੀ ਰਾਵਣ ਨੂੰ ਮਾਰਿਆ। ਭੇਦ ਭੀਖਨ ਗੁਰਮੁਖ ਪਰਚਾਇਣ, ਕਿਉਂਕਿ ਹੇ ਭੀਖਣ ਤੂੰ ਗੁਰਮੁਖ ਸੀ, ਤੂੰ ਗੁਰਮੁਖਤਾਈ ਕੀਤੀ ਹੈ ਤੇ ਭੇਦ ਦਾ ਪਰਚਾ ਦਿੱਤਾ। ਭਾਵ ਕਿ ਰਾਮਚੰਦਰ ਜੀ ਉਹ ਰਾਵਣ ਦੇ ਸਿਰ 'ਤੇ ਤੀਰ ਮਾਰਦੇ ਸਨ, ਉਹ ਸਿਰ ਕੱਟਿਆ ਜਾਂਦਾ ਫਿਰ ਜੁੜ ਜਾਂਦਾ ਸੀ, ਜਿਸ ਕਰਕੇ ਰਾਵਣ ਮਰਦਾ ਨਹੀਂ ਸੀ। ਅਤੇ ਇਹ ਭੇਦ ਭੀਖਣ ਨੇ ਦਿੱਤਾ ਗੁਰਮੁਖ ਨੇ ਕਿ ਰਾਮਚੰਦਰ ਜੀ ਇਹ ਤੁਸੀਂ ਜਿੰਨਾ ਮਰਜ਼ੀ ਰਾਵਣ ਨੂੰ ਮਾਰੋ ਮਰ ਨਹੀਂ ਸਕੇਗਾ, ਕਿਉਂਕਿ ਇਹਦੀ ਨਾਭੀ ਦੇ ਵਿੱਚ ਅੰਮ੍ਰਿਤ ਕੁੰਡ ਹੈ। ਪਹਿਲਾਂ ਤੁਸੀਂ ਉਹ ਅੰਮ੍ਰਿਤ ਕੁੰਡ ਨਾਸ ਕਰੋ, ਫਿਰ ਇਹ ਉਸੇ ਵੇਲੇ ਖਤਮ ਹੋ ਜਾਏਗਾ। ਅਤੇ ਰਾਮਚੰਦਰ ਜੀ ਨੇ ਫਿਰ ਅਗਨ ਬਾਣ ਮਾਰ ਕੇ ਅਤੇ ਉਹ ਪਹਿਲਾਂ ਜਿਹੜਾ ਰਾਵਣ ਦੇ ਨਾਭੀ ਵਿੱਚ ਅੰਮ੍ਰਿਤ ਕੁੰਡ ਸੀ ਉਹ ਜਿਹੜਾ ਸਾੜਿਆ, ਉਹ ਖਤਮ ਕੀਤਾ ਅਤੇ ਫਿਰ ਇਸ ਨੂੰ ਨਾਭੀ ਵਿੱਚ ਤੀਰ ਮਾਰ ਕੇ ਮਾਰਿਆ ਸੀ ਰਾਵਣ ਨੂੰ। ਅਤੇ ਜਿਹੜੇ ਬਾਬਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਹੋਇਆ, ਉਸ ਨੇ ਇੱਕ ਬਿਰਧ ਰਮਾਇਣ ਬਣਾਇਆ ਹੈ ਅਤੇ ਉਸ ਵਿੱਚ ਉਹਨਾਂ ਕਥਾ ਐਵੇਂ ਲਿਖੀ ਆਉਂਦੀ ਹੈ ਕਿ ਰਾਮਚੰਦਰ ਜੀ ਨੇ ਕਹਿੰਦੇ 100 ਵਾਰ ਰਾਵਣ ਦਾ ਸਿਰ ਕੱਟਿਆ ਸੀ ਅਤੇ ਰਾਵਣ ਫਿਰ ਵੀ ਨਾ ਮਰਿਆ। ਅਖੀਰ ਭੀਖਣ ਨੇ ਕਿਹਾ ਰਾਮਚੰਦਰ ਜੀ ਤੁਸੀਂ ਜਿੰਨੀ ਵਾਰ ਇਹਨੂੰ 100 ਵਾਰ ਕਿ ਇਹਨੂੰ 1000 ਵਾਰ ਵੀ ਮਾਰੋਗੇ ਨਾ ਇਹਨੇ ਮਰਨਾ ਨਹੀਂ ਹੈ। ਇਹਦੀ ਨਾਭੀ ਵਿੱਚ ਅੰਮ੍ਰਿਤ ਕੁੰਡ ਹੈ, ਪਹਿਲਾਂ ਉਹਨੂੰ ਤੁਸੀਂ ਸਾੜੋ। ਫਿਰ ਅਗਨ ਬਾਣ ਮਾਰ ਕੇ ਅਤੇ ਅੰਮ੍ਰਿਤ ਕੁੰਡ ਸਾੜ ਕੇ ਅਤੇ ਰਾਵਣ ਦਾ ਵੱਧ ਕੀਤਾ ਸੀ। ਇੱਥੇ ਮਹਾਰਾਜ ਕਹਿ ਰਹੇ ਵੀ ਹੇ ਗੁਰਮੁਖ ਭੀਖਣ ਤੂੰ ਭੇਦ ਦਾ ਪਰਚਾ ਦਿੱਤਾ ਸੀ, ਜਿਸ ਕਰਕੇ ਹੰਕਾਰੀ ਰਾਵਣ ਨੂੰ ਗੁਰਮੁਖ ਰਾਮਚੰਦਰ ਨੇ ਮਾਰਿਆ ਸੀ। ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਰਾਮਚੰਦਰ ਜੀ ਨੇ ਸਾਇਰ ਸਾਗਰ ਉੱਪਰ ਰਾਮ ਦਾ ਨਾਮ ਲਿਖ ਕੇ ਪੱਥਰ ਤਾਰੇ। ਗੁਰਮੁਖ ਕੋਟ 33 ਉਧਾਰੇ, ਤੇ ਗੁਰਮੁਖ ਰਾਮਚੰਦਰ ਜੀ ਨੇ 33 ਕਰੋੜ ਜਿਹੜੇ ਹੈ ਉਹ ਉਧਾਰੇ, ਜਿਸ ਰਾਵਣ ਦੀ ਕੈਦ ਵਿੱਚ ਸਨ, ਜੋ ਬੜੇ ਦੁਖੀ ਹੋਏ ਸੀ। ਅਤੇ ਉਹ ਜਿਹੜੇ ਨੇ ਕਿਸੇ ਨੂੰ ਕਾਲ ਨੂੰ ਉਹਨੇ ਪਾਵੇ ਨਾਲ ਬੱਧਾ ਹੋਇਆ ਸੀ, ਕਿਸੇ ਨੂੰ ਉਹਨੇ ਆਪਣੇ ਕੱਪੜੇ ਧੋਣ 'ਤੇ ਲਾਇਆ ਹੋਇਆ ਸੀ, ਕਿਸੇ ਨੂੰ ਰਸੋਈ ਵਾਲਾ ਬਣਾਇਆ ਹੋਇਆ ਸੀ। ਇਹ 33 ਕਰੋੜ ਜਿਹੜੇ ਉਧਾਰੇ ਉਹਨਾਂ ਨੂੰ ਛਡਾਇਆ ਰਾਵਣ ਦੇ ਦੁੱਖ ਤੋਂ। ਇਸੇ ਤਰ੍ਹਾਂ ਇਹਦੇ ਪ੍ਰਕਰਨ ਮੁਤਾਬਕ ਜਿਹੜੇ ਅਰਥ ਹੈ, ਦੂਸਰੇ ਅਰਥ ਪਰਮਾਰਥ ਤੌਰ ਦੇ ਅੰਤਰੀਵ ਅਰਥ ਹੈ। ਹਾਂਜੀ ਫਿਰ ਪੜ੍ਹੋ ਜੀ।
ਗੁਰਮੁਖ ਬਾਂਧਿਓ ਸੇਤ ਵਿਧਾਤਾ ਵੀ ਜਿਹੜੇ ਗੁਰਮੁਖ ਹੈ, ਗੁਰਮੁਖ ਜਨਾਂ ਨੇ ਪਰਉਪਕਾਰ ਵਾਸਤੇ ਜੋ ਫਲ ਵਰਦਾਤਾ ਪਰਮੇਸ਼ਰ ਹੈ ਵਿਧਾਤਾ, ਤੇ ਉਸ ਫਲ ਵਰਦਾਤੇ ਪਰਮੇਸ਼ਰ ਦਾ ਜਿਹੜਾ ਨਾਮ ਦਾ ਸੰਸਾਰ ਵਿੱਚ ਪੁਲ ਬੰਨਿਆ। ਲੰਕਾ ਲੂਟੀ ਦਾਤ ਸੰਤਾਪੈ ਤੇ ਗੁਰਮੁਖ ਜਨਾਂ ਨੇ ਦੇਹ ਅਧਿਆਸ ਰੂਪੀ ਦੇਹ ਅਭਿਮਾਨ ਰੂਪੀ ਜਿਹੜੀ ਲੰਕਾ ਲੁੱਟੀ ਪੁੱਟੀ ਲੁੱਟ ਪੁੱਟ ਲਈ। ਜਿਹੜੇ ਦੈਂਤ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਦੁੱਖ ਦਿੱਤਾ, ਇਹਨਾਂ ਨੂੰ ਹਿਰਦੇ ਵਿੱਚੋਂ ਬਾਹਰ ਕੱਢ ਦਿੱਤਾ ਮਾਰ ਕੇ। ਰਾਮ ਚੰਦ ਮਾਰਿਓ ਇਹ ਰਾਵਣਾ ਰਮਿਆ ਹੋਇਆ ਜੋ ਰਾਮ ਪਰਮਾਤਮਾ ਹੈ, ਚੰਦਰਮਾ ਵਾਂਗ ਪ੍ਰਕਾਸ਼ ਰੂਪ ਤੇ ਸੀਤਲ ਹੈ, ਐਸਾ ਰਾਮਚੰਦ ਪਰਮਾਤਮਾ ਵਾਹਿਗੁਰੂ ਉਸ ਨੇ ਜਿਹੜਾ ਹੰਕਾਰ ਰੂਪੀ ਰਾਵਣ ਉਹਨੂੰ ਮਾਰਿਆ, ਜਾਂ ਅਗਿਆਨ ਰੂਪੀ ਰਾਵਣ ਨੂੰ ਮਾਰਿਆ। ਭੇਦ ਭੀਖਣ ਗੁਰਮੁਖ ਪਰਚਾਇਣਾ ਕਿਉਂਕਿ ਗੁਰਮੁਖ ਜਿਨ੍ਹਾਂ ਗੁਰਮੁਖਾਂ ਨੇ ਬਾਹ ਕਹੀਏ ਭੈ ਨੂੰ ਭੀਖਣ ਗਏ ਭਖ ਕੀਤਾ ਹੈ, ਤੇ ਇਹ ਜਿਹੜਾ ਭੇਦ ਦਾ ਪਰਚਾ ਪਾਉਣਾ ਕੀਤਾ ਹੈ, ਗੁਰਮੁਖਾਂ ਨੇ ਇਹ ਭੇਦ ਦਾ ਪਰਚਾ ਪਾ ਕੇ ਬਹਿ ਕੇ ਜਿਹੜੀ ਦਵੈਤ ਹੈ ਇਹਨੂੰ ਭੀਖਣ ਕਹੀਏ ਨਾਸ ਕੀਤਾ ਹੈ। ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਜਨਾਂ ਨੇ ਸਾਇਰ ਜੋ ਸੰਸਾਰ ਰੂਪੀ ਸਮੁੰਦਰ ਹੈ ਇਹਦੇ ਉੱਪਰੋਂ ਜਿਹੜੇ ਕਠੋਰ ਚਿੱਤ ਵਾਲੇ ਪੱਥਰ ਦੀ ਨਹੀਂ ਪੁਰਸ਼ ਸਨ ਉਹ ਤਾਰੇ ਨਾਮ ਦਾ ਸਹਾਰਾ ਦੇ ਕੇ। ਗੁਰਮੁਖ ਕੋਟ 33 ਉਧਾਰੇ ਗੁਰਮੁਖਾਂ ਨੇ 33 ਕਰੋੜ ਤੇ ਕੀ ਉਸ ਤੋਂ ਵੀ ਬੇਅੰਤ ਜਿਹੜੇ ਹੈ ਰਾਮ ਦਾ ਨਾਮ ਦੇ ਕੇ ਪਰਮੇਸ਼ਰ ਦਾ ਨਾਮ ਦੇ ਕੇ ਜਿਹੜੇ ਹੈ ਤਾਰੇ ਹੈ। ਗੁਰਮੁਖ ਜਨਾਂ ਨੇ ਜਿਹੜੇ ਗੁਰੂ ਦਾ ਮੰਤਰ ਦੇ ਕੇ ਗੁਰਮੁਖ ਤੋਂ ਦੁਆਰਾ ਮੰਤਰ ਵਾਹਿਗੁਰੂ ਲੈ ਕੇ ਤੇ ਜਿਹੜੇ 33 ਕਰੋੜ ਉਹਦੇ ਤੇ ਦੇਵਤੇ ਤਾਰੇ ਹੈ ਉਧਾਰੇ ਹੈ, ਦੁਖੀ ਹੋਣ ਤੋਂ ਬਚਾਏ ਹੈ। ਇੱਧਰ ਕਈ 33 ਕਰੋੜ ਦੇ ਜਿਹੜੇ ਮਨੁੱਖ, ਕਈ 33 ਕਰੋੜ ਤੋਂ ਵੀ ਵੱਧ ਜਿਹੜੇ ਜੀਵ ਜਿਹੜੇ ਤਾਰੇ ਹਨ ਉਧਾਰੇ ਹਨ। ਚੌਪਈ ਸ੍ਰੀ ਗੁਰ ਭਨੈ ਭੀਖਨ ਸੁਣੀਏ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਵੀ ਹੇ ਭੀਖਣ ਭਗਤ ਅੱਗੇ ਸੁਣੀਏ। ਆਗਾ ਹੀ ਗੁਰਮੁਖ ਮਨ ਗੁਨੀਏ। ਤੂੰ ਆਪਣੇ ਮਨ ਵਿੱਚ ਵਿਚਾਰ ਲਾ ਵੀ ਤੂੰ ਤੇ ਪਹਿਲਾਂ ਹੀ ਬਹੁਤ ਗੁਰਮੁਖ ਹੈ ਸੀ। ਭੇਦ ਆਏ ਦੀਨਾ ਸ੍ਰੀ ਰਾਮ ਕਿਉਂਕਿ ਆਪ ਜੀ ਨੇ ਸ਼੍ਰੀ ਰਾਮਚੰਦਰ ਜੀ ਨੂੰ ਆਪਣੇ ਭਰਾ ਰਾਵਣ ਨੂੰ ਮਾਰਨ ਦਾ ਭੇਦ ਦਿੱਤਾ ਸੀ ਵੀ ਰਾਮਚੰਦਰ ਜੀ ਇਹਨੂੰ ਭਾਵੇਂ 1000 ਵਾਰ ਮਾਰੋ ਇਹਨੇ ਨਹੀਂ ਮਰਨਾ ਹੈ, ਇਹਦੀ ਨਾਭੀ ਵਿੱਚ ਅੰਮ੍ਰਿਤ ਕੁੰਡ ਪਹਿਲਾਂ ਉਹਨੂੰ ਖਤਮ ਕਰੋ। ਰਾਵਣ ਮਾਰ ਕਰੇ ਸਭ ਕੰਮ। ਤੇ ਜਿਸ ਰਾਮਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਸਾਰੇ ਦੇਵਤਿਆਂ ਦੇ ਕੰਮ ਸਵਾਰੇ। ਗੁਰ ਕਾ ਸ਼ਬਦ ਰਾਮ ਵਿਚਾਰੇ। ਕਿਉਂਕਿ ਉਹਨਾਂ ਨੇ ਆਪਣੇ ਗੁਰੂ ਦਾ ਸ਼ਬਦ ਭਾਵ ਜੋ ਵਿਸ਼ਿਸ਼ਟ ਗੁਰੂ ਸੀ ਉਹਨਾਂ ਦੇ ਸ਼ਬਦ ਦੱਸੇ ਹੋਏ ਸ਼ਬਦ ਦੀ ਵਿਚਾਰ ਕੀਤੀ ਸੀ ਵੀ ਹੇ ਰਾਮਚੰਦਰ ਤੂੰ ਰਾਮ ਰਮੇ ਹੋਏ ਰਾਮ ਦਾ ਨਾਮ ਲਿਖ ਪੱਥਰਾਂ ਤੇ। ਸਿੰਧ ਬਿਖਾ ਪਾਹਨ ਬੜ ਤਾਰੇ। ਵੱਡੇ ਵੱਡੇ ਜਿਹੜੇ ਪੱਥਰ ਉਹ ਸਮੁੰਦਰ ਵਿੱਚ ਪ੍ਰਤਾਖੀ ਤਾਰੇ ਸਨ ਰਾਮ ਨਾਮ ਦੇ ਸਹਾਰੇ। ਸਤਿਗੁਰ ਸ਼ਬਦ ਸਭਨ ਤੇ ਵੱਡੋ। ਇਸ ਕਰਕੇ ਵੀ ਭੀਖਣ ਸਤਿਗੁਰੂ ਪਰਮਾਤਮਾ ਦਾ ਜੋ ਸ਼ਬਦ ਨਾਮ ਹੈ ਉਹ ਸਭ ਤੋਂ ਵੱਡਾ ਹੈ। 33 ਕੋਟ ਸੁਰਨ ਕੋ ਛੱਡੋ। ਜਿਸ ਨਾਮ ਦੇ ਸਾਰੇ 33 ਕਰੋੜ ਜਿਹੜੇ ਦੇਵਤਿਆਂ ਨੂੰ ਛਡਾਇਆ ਸੀ। ਸਤਿਗੁਰ ਸ਼ਬਦ ਹਿਰਦਾ ਵਿਚਾਰੋ। ਸਤਿਗੁਰੂ ਜੀ ਦਾ ਜਿਹੜਾ ਸ਼ਬਦ ਨਾਮ ਹੈ ਉਹਦੀ ਹਿਰਦੇ ਵਿੱਚ ਵਿਚਾਰ ਕਰੋ। ਇਹ ਉਪਦੇਸ਼ ਹਮਾਰੋ ਧਾਰੋ। ਇਹੀ ਸਾਡਾ ਉਪਦੇਸ਼ ਹੈ, ਭੀਖਣੇ ਨੂੰ ਹਿਰਦੇ ਵਿੱਚ ਧਾਰਨ ਕਰੋ। ਸੁਪਨ ਸਮਾਨ ਜਗਤ ਕੋ ਜਾਨੋ। ਇਹ ਜਿਹੜਾ ਸੰਸਾਰ ਹੈ ਇਹਦਾ ਰਾਜ ਭਾਗ ਤੇ ਸੰਸਾਰ ਨੂੰ ਸੁਪਨੇ ਸਮਾਨ ਹੀ ਜਾਣੋ। ਜਿਵੇਂ ਸੁਪਨਾ ਆਉਂਦਾ ਉਹਦੇ ਵਿੱਚ ਬੜਾ ਕੁਝ ਵੇਖ ਲਈਦਾ, ਉੱਠਦੇ ਖਤਮ ਹੋ ਜਾਂਦਾ। ਇਸੇ ਤਰ੍ਹਾਂ ਗਿਆਨ ਕਰਕੇ ਸੰਸਾਰ ਦਿਸ ਰਿਹਾ। ਜਦੋਂ ਹੀ ਉਹ ਗਿਆਨ ਦੀ ਨੀਂਦ ਅਗਿਆਨ ਦੀ ਨੀਂਦ ਖੁੱਲ੍ਹ ਜਾਂਦੀ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਇਹ ਸੁਪਨੇ ਦੀ ਨਹੀਂ ਸੰਸਾਰ ਖਤਮ ਹੋ ਜਾਂਦਾ ਹੈ।
ਇਸ ਕਰਕੇ ਜਗ ਨੂੰ ਸੁਪਨੇ ਦੇ ਸਮਾਨ ਹੀ ਸਮਝੋ। ਏਕ ਆਤਮਾ ਸਰਬ ਪਛਾਨੋ, ਇੱਕ ਜੋ ਆਪਣਾ ਆਪਾ ਹੈ ਇਹਨੂੰ ਸਾਰੇ ਥਾਂ ਵਿਆਪਕ ਪਛਾਣੋ, ਜਾਣੋ ਵੀ ਮੇਰਾ ਆਪਾ ਹੀ ਹੈ ਸਾਰੇ ਪਾਸੇ। ਦੋਹਰਾ ਸੰਤਨ ਕੀ ਸੰਗਤ ਕਰੋ, ਜਿਹੜੇ ਸੰਤ ਸਵਾਸ ਸਵਾਸ ਸਿਮਰਨ ਕਰਨ ਵਾਲੇ ਉਹਨਾਂ ਦੀ ਸੰਗਤ ਕਰਿਆ ਕਰੋ ਜੀ। ਸੁਖ ਜਿਸ ਮਹਿ ਦਿਨ ਰਾਨਾ, ਇਹ ਭੀਖਣ ਭਗਤ ਜਿਸ ਸੰਗਤ ਵਿੱਚ ਰਾਤ ਦੇਣੀ ਬਹੁਤ ਤਕੜਾ ਸੁਖ ਹੈ ਸੰਤਾਂ ਦੀ ਸੰਗਤ ਵਿੱਚ। ਨੀਕੋ ਇਹ ਉਪਦੇਸ਼ ਹੈ, ਇਹ ਸਾਡਾ ਵੀ ਚੰਗਾ ਤੈਨੂੰ ਉਪਦੇਸ਼ ਹੈ। ਮਹਾ ਅਗੀ ਗਤ ਦਾਨਾ, ਜੋ ਵੱਡੇ ਵੱਡੇ ਪਾਪੀਆਂ ਨੂੰ ਮੁਕਤੀ ਦੇਣ ਵਾਲਾ ਹੈ ਇਹ ਸਾਡਾ ਉਪਦੇਸ਼। ਜੇ ਵੱਡੇ ਵੱਡੇ ਪਾਪੀ ਵੀ ਇਸ ਉਪਦੇਸ਼ ਨੂੰ ਧਾਰਨ ਕਰਨਗੇ ਤੇ ਉਹ ਵੀ ਜਿਹੜੇ ਉਧਰ ਜਾਣਗੇ ਉਹ ਵੀ ਮੁਕਤ ਹੋ ਜਾਣਗੇ। ਚੌਪਈ ਤਿਹ ਸ਼ਨ ਬੋਲ ਉਠਿਓ ਮਰਦਾਨਾ, ਜਦੋਂ ਸਤਿਗੁਰ ਜੀ ਉਪਦੇਸ਼ ਕਰ ਰਹੇ ਸਨ ਉਸ ਵੇਲੇ ਭਾਈ ਮਰਦਾਨਾ ਬੋਲ ਉੱਠਿਆ। ਸੁਨਿਓ ਸੋ ਰਹਿ ਇਹਾ ਹਨੂਮਾਨਾ, ਮਹਾਰਾਜ ਜੀ ਮੈਂ ਸੁਣਿਆ ਹੈ ਵੀ ਇੱਥੇ ਹਨੂਮਾਨ ਵੀ ਨੇੜੇ ਤੇੜੇ ਰਹਿੰਦਾ ਲੰਕਾ ਦੇ। ਤਿਸ ਹੈ ਦਿਖਾਵਹੁ ਸ੍ਰੀ ਪ੍ਰਭ ਆਪਹੀ, ਇਹ ਪ੍ਰਭੂ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਹਨੂਮਾਨ ਵੀ ਮੈਨੂੰ ਦਿਖਾ ਦਿਓ। ਸੁਨਤ ਭੀਖਨ ਬੋਲਿਓ ਤਬ ਹੀ, ਉਦੋਂ ਸੁਣਦਿਆਂ ਸਾਰੀ ਜੋ ਭੀਖਣ ਗੁਰਮੁਖ ਹੈ ਉਹ ਬੋਲਿਆ ਹੈ। ਰਾਵਨ ਕੋਸਲ ਜਹਾਂ ਮਹਾਨਾ, ਕਹਿੰਦੇ ਐ ਭੀਖਣ ਜੀ ਕਹਿਣ ਲੱਗੇ ਹੇ ਮਹਾਰਾਜ ਜੋ ਰਾਵਣ ਦੀ ਚਿਖਾ ਹੈ ਜਿਸ ਸਥਾਨ ਤੇ ਬਣੀ ਹੋਈ, ਅਬ ਬੈਠਿਓ ਤਿਹ ਠਾ ਹਨੂਮਾਨਾ, ਉਸ ਰਾਵਣ ਦੀ ਚਿਖਾ ਦੇ ਕੋਲ ਹਨੂਮਾਨ ਹੁਣ ਤੱਕ ਜਿਹੜਾ ਬੈਠਿਆ ਹੋਇਆ ਹੈ। ਬਿਨ ਸ੍ਰੀ ਰਾਮ ਨਾ ਬੰਧਨ ਕਰਹੀ, ਬਾਕੀ ਤੁਸੀਂ ਕਹਿੰਦੇ ਵੀ ਦੇਖਣਾ ਹੈ ਤੇ ਮਹਾਰਾਜ ਮੈਂ ਕਹਿਣਾ ਵੀ ਉਹ ਸ਼੍ਰੀ ਰਾਮ ਚੰਦਰ ਜੀ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਦਾ। ਆਇਸ ਅਪਰ ਨਾ ਕਿਹ ਸਿਰ ਧਰਹੀ, ਤੇ ਫਿਰ ਹੋਰ ਕਿਸੇ ਦੀ ਆਗਿਆ ਨਹੀਂ ਸੀਸ ਤੇ ਰੱਖਦਾ, ਭਾਵ ਮੰਨਦਾ ਨਹੀਂ, ਕਹਿੰਦਾ ਮੈਂ ਨਹੀਂ ਕਿਸੇ ਦੀ ਗੱਲ ਮੰਨਣੀ ਰਾਮ ਜੀ ਤੋਂ ਬਿਨਾਂ। ਗੁਰੂ ਕਹਿਓ ਹਮ ਰਾਮ ਸਰੂਪਾ, ਗੁਰੂ ਸਾਹਿਬ ਜੀ ਕਹਿਣ ਲੱਗੇ ਭੀਖਣ ਵੀ ਅਸੀਂ ਜਿਹੜਾ ਰਾਮ ਦਾ ਸਰੂਪ ਹੋ ਜਾਵਾਂਗੇ ਬਣ ਜਾਵਾਂਗੇ। ਯੁਤ ਸੀਤਾ ਕੇ ਤਰਹ ਅਨੂਪਾ, ਸੀਤਾ ਦੇ ਜਿਹੜਾ ਸਹਿਤ ਅਸੀਂ ਆ ਸਰੂਪ ਜਿਹੜਾ ਆਪਣਾ ਧਾਰ ਲਵਾਂਗੇ ਅਨੂਪਮ ਅਨੋਖਾਈ। ਤਿਹ ਬੁਲਾਏ ਕਾ ਦੇਹੋ ਦਿਖਾਈ, ਤੂੰ ਵੀ ਹੁਣ ਭੀਖਣੋ ਹਨੂਮਾਨ ਨੂੰ ਬੁਲਾ ਕੇ ਤੇ ਸਾਨੂੰ ਦਿਖਾ ਦੇ, ਕਿਉਂਕਿ ਮਰਦਾਨਾ ਜਿਹੜਾ ਕਹਿ ਰਿਹਾ ਤੇ ਤੂੰ ਦਿਖਾਈ ਦੇ। ਕੌਣ ਹਮ ਆਵਨ ਹੋਏ ਕਦਾਈ, ਫੇਰ ਵੀ ਭੀਖਣ ਕੀਦਾ ਕਿਦੋਂ ਸਾਡਾ ਜਿਹੜਾ ਕਦੇ ਆਉਣਾ ਹੋਣਾ ਕਿ ਨਹੀਂ ਹੋਣਾ ਹੈ, ਭਾਵ ਕਦੀ ਆਉਣਾ ਹੀ ਨਹੀਂ ਅਸਾਂ ਨੇ। ਹੁਣ ਤੇ ਅਸੀਂ ਲੰਕਾ ਵਿੱਚ ਆਏ ਹਾਂ ਤੇ ਤੂੰ ਹਨੂਮਾਨ ਨੂੰ ਜਿਹੜਾ ਦਿਖਾ ਦੇ ਤੇ ਮਰਦਾਨੇ ਨੂੰ ਤੇ ਸਾਨੂੰ ਵੀ ਮਿਲਾ ਦੇ, ਦੋ ਚਾਰ ਬਚਨ ਅਸੀਂ ਵੀ ਕਰ ਲਵਾਂਗੇ। ਤਬ ਇੱਕ ਰਾਖਸ ਤਹਾਂ ਪਠਾਇਓ, ਭੀਖਣ ਨੇ ਉਦੋਂ ਹੀ ਆਗਿਆ ਕੀਤੀ ਹੈ, ਇੱਕ ਜਿਹੜਾ ਦੈਂਤ ਹੈ ਉਹ ਭੇਜਿਆ ਉੱਥੇ। ਗਇਓ ਨਿਕਟ ਇਉ ਬੈਨ ਸੁਨਾਇਓ, ਹਨੂਮਾਨ ਦੇ ਕੋਲ ਜਾ ਕੇ ਤੇ ਇਵੇਂ ਬਚਨ ਕਿਹਾ। ਲਹਿਰ ਲੰਕ ਸ੍ਰੀ ਰਾਮ ਸਹਾਵਤ, ਐ ਵੀ ਹਨੂਮਾਨ ਜਤੀ ਇਹ ਵੀਰ ਇਹ ਲੰਕਾ ਦੇ ਵਾਰ-ਵਾਰ ਸ਼੍ਰੀ ਰਾਮ ਚੰਦਰ ਜੀ ਸੋਭਨੀਕ ਹੋਏ ਹੈ ਆਏ ਹੋਏ ਹੈ। ਸੀਤਾ ਯੁਤ ਸੋ ਤੁਜੈ ਬੁਲਾਵਤ, ਮਾਤਾ ਸੀਤਾ ਦੇ ਸਹਿਤ ਹੀ ਤੈਨੂੰ ਬੁਲਾ ਰਹੇ ਹੈ ਹਨੂਮਾਨ। ਨਿਕਟ ਭੀਖਨ ਗਇਓ ਅਗਾਰੀ, ਜੋ ਭੀਖਣ ਹੈ ਰਾਵਣ ਦਾ ਭਰਾ ਤੇ ਪਹਿਲਾਂ ਹੀ ਉਹਨਾਂ ਦੇ ਕੋਲ ਗਿਆ ਹੋਇਆ ਹੈ। ਮੈਂ ਆਇਓ ਤੁਮ ਕੋ ਸੁਧਕਾਰੀ, ਤੇ ਜਿਹੜਾ ਮੈਂ ਦੈਂਤ ਹਾਂ ਤੈਨੂੰ ਖਬਰ ਦੇਣ ਵਾਸਤੇ ਤੇਰੇ ਪਾਸ ਆਇਆ ਹੋਇਆ ਹਾਂ। ਸੁਨਤ ਚੌਂਪ ਕਰਕੇ ਹਨੂਮਾਨਾ, ਜਦੋਂ ਹਨੂਮਾਨ ਨੇ ਸੁਣਿਆ ਵੀ ਮੇਰੇ ਪਿਆਰੇ ਰਾਮ ਜੀ ਆ ਗਏ ਹੈ, ਸੁਣ ਕੇ ਹਨੂਮਾਨ ਨੇ ਤੇ ਬਹੁਤ ਚਾਅ ਉਤਸ਼ਾਹ ਕਰਕੇ ਚੱਲਿਓ ਸੰਗ ਹਿਰਦਾ ਹਰ ਖਾਨਾ, ਉਹ ਦੈਨ ਦੇ ਨਾਲ ਹੀ ਚੱਲਿਆ ਹੈ, ਬਹੁਤ ਹਿਰਦੇ ਵਿੱਚ ਪ੍ਰਸੰਨਤਾ ਖੁਸ਼ੀ ਕਰਕੇ। ਰਗਬਰ ਕੋ ਸ੍ਰੀ ਗੁਰ ਬਤ ਧਰਾ, ਇੱਧਰ ਗੁਰੂ ਨਾਨਕ ਦੇਵ ਮਹਾਰਾਜ ਨੇ ਹਨੂਮਾਨ ਦੇ ਆਉਣ ਤੋਂ ਪਹਿਲਾਂ ਵੀ ਉਹ ਹਨੂਮਾਨ ਜੀ ਦੇ ਦਰਸ਼ਨ ਕਰਦਾ, ਉਹਦਾ ਦਰਸ਼ਨ ਨਹੀਂ ਕਰਦਾ, ਮਿਲਦਾ ਜੁਲਦਾ ਨਹੀਂ।
ਗੁਰੂ ਸਾਹਿਬ ਜੀ ਨੇ ਸ਼੍ਰੀ ਰਾਮਚੰਦਰ ਜੀ ਦਾ ਸੋਹਣਾ ਸਰੂਪ ਧਾਰ ਲਿਆ। ਮੈਂ ਤਿਹ ਛੇਨਾ ਲਛਮਨ ਤਨ ਕਰਾਂ। ਭਾਈ ਬਾਲਾ ਜੀ ਕਹਿੰਦੇ ਵੀ ਉਸ ਵੇਲੇ ਮੇਰਾ ਜਿਹੜਾ ਸਰੀਰ ਹੈ ਗੁਰੂ ਸਾਹਿਬ ਜੀ ਨੇ ਲਛਮਣ ਦਾ ਕਰ ਦਿੱਤਾ, ਲਛਮਣ ਬਣਾ ਦਿੱਤਾ। ਸੀਤਾ ਵੇਖ ਕੀਨ ਮਰਦਾਨਾ। ਜੋ ਭਾਈ ਮਰਦਾਨਾ ਹੈ ਉਹਨੂੰ ਮਾਤਾ ਸੀਤਾ ਦਾ ਭੇਖ ਦੇ ਦਿੱਤਾ ਵੀ ਸੀਤਾ ਬਣਾ ਦਿੱਤਾ। ਚੱਲ ਆਇਓ ਤਿਹ ਥਾਂ ਹਨੂਮਾਨਾ। ਉਸ ਵੇਲੇ ਚੱਲਦੇ ਚਲਾਉਂਦੇ ਉਹ ਰਾਤ ਉੱਤੇ ਹਨੂਮਾਨ ਜੀ ਜਿਹੜੇ ਉਸੇ ਥਾਂ ਚੱਲ ਕੇ ਆ ਗਏ ਜਿੱਥੇ ਸਤਿਗੁਰੂ ਜੀ ਆਪ ਸ਼੍ਰੀ ਰਾਮਚੰਦਰ ਜੀ ਬਣੀ ਬੈਠੇ ਸਨ। ਭਾਈ ਬਾਲਾ ਜੀ ਜਿਹੜੇ ਉਹ ਲਛਮਣ ਬਣੇ ਹੋਏ ਸਨ, ਭਾਈ ਮਰਦਾਨਾ ਸੀਤਾ ਜੀ ਬਣੇ ਹੋਏ ਸਨ। ਗਿਰ ਕਾਂਚਨ ਸਮ ਦੇਹ ਕਰਾਲਾ। ਜਿਸ ਹਨੂਮਾਨ ਦੀ ਜਿਹੜੀ ਦੇਹ ਸੋਨੇ ਦੇ ਪਹਾੜ ਵਾਂਗ ਬੜੀ ਤਗੜੀ ਭਿਆਨਕ ਹੈ ਸੀ ਅਸਚਰ ਜੀ। ਕਾਂਦੇ ਧਾਰੀ ਗੁਰਜ ਵਿਸਾਲਾ। ਤੇ ਹਨੂਮਾਨ ਨੇ ਆਪਣੇ ਮੋਢਿਆਂ ਦੇ ਉੱਪਰ ਬੜੀ ਤਗੜੀ ਵੱਡੀ ਸਾਰੀ ਗੁਰਜ ਰੱਖੀ ਹੋਈ ਸੀ। ਕੀਨ ਬੰਦਨਾ ਪਦ ਅਰਬਿੰਦਾ। ਤੇ ਆਉਂਦਿਆਂ ਹੀ ਵੀ ਰਾਮਚੰਦਰ ਜੀ ਬੈਠੇ ਹੋਏ ਆ ਮੇਰੇ ਪਿਆਰੇ ਪ੍ਰੀਤਮ। ਤੇ ਹਨੂਮਾਨ ਨੇ ਆਉਂਦਿਆਂ ਹੀ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਉੱਪਰ ਨਮਸਕਾਰ ਕੀਤੀ। ਬੈਠ ਗਇਓ ਔਰ ਅਧਿਕ ਆਨੰਦਾ। ਇਹਦੇ ਵਿੱਚ ਬਹੁਤ ਭਾਰੀ ਆਨੰਦ ਸੁਖ ਜਿਹਾ ਧਾਰ ਕੇ ਹਨੂਮਾਨ ਕੋਲ ਹੋ ਕੇ ਬੈਠ ਗਿਆ। ਰੂਪ ਬਿਲੋਕਤ ਲੋਚਨ ਭਰ ਕਾ। ਆਪਣੇ ਨੇਤਰਾਂ ਨੂੰ ਭਰ ਭਰ ਕੇ ਸਤਿਗੁਰੂ ਜੀ ਦਾ ਸਰੂਪ ਤੱਕਦਾ ਹੈ ਹਨੂਮਾਨ। ਮਹਾ ਪ੍ਰੇਮ ਕੁਲ ਕਾਵਲ ਕਰ ਕਾ। ਐਵੇਂ ਲੂਹ ਕੰਢੇ ਖੜੇ ਕਰਕੇ ਬਹੁਤ ਪ੍ਰੇਮ ਵਿੱਚ ਹੀ ਆ ਕੇ ਲੂਹ ਕੰਢੇ ਖੜੇ ਹੋਏ ਹੈ। ਤਿਹ ਸ਼ਨ ਬੋਲੇ ਕਿਰਪਾ ਨਿਧਾਨਾ। ਉਸ ਸਮੇਂ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਸ਼੍ਰੀ ਰਾਮਚੰਦਰ ਦੇ ਰੂਪ ਵਿੱਚ ਬਣੀ ਬੈਠੇ ਹੋਏ ਸੀ ਤੇ ਬਚਨ ਬੋਲੇ। ਸੁਨੋ ਬੈਨ ਹਮਾਰੇ ਹਨੂਮਾਨਾ। ਐ ਵੀ ਹਨੂਮਾਨ ਸਾਡੇ ਤੂੰ ਬਚਨ ਸੁਣ ਪਿਆਰੇ। ਦੋਹਰਾ ਸਰਬ ਵਿਆਪੀ ਮੋਹਿ ਕੋ। ਸਾਰੇ ਥਾਂ ਜੋ ਵਿਆਪਕ ਰਾਮ ਹੈ ਉਹ ਸਾਨੂੰ ਜਬ ਜਾਨ ਹੈ ਮਨ ਮਾਹੇ। ਜਦੋਂ ਕਿ ਹਨੂਮਾਨ ਤੂੰ ਆਪਣੇ ਮਨ ਵਿੱਚ ਜਾਣੇਗਾ ਸਮਝੇਗਾ ਵੀ ਸਾਰੇ ਵਿਆਪਕ ਹੈ ਰਾਮ। ਸਦਾ ਮਿਲਿਓ ਹਮ ਸੋ ਰਹਿ। ਫਿਰ ਤੇ ਤੂੰ ਸਦਾ ਹੀ ਜਿਹੜਾ ਸਾਡੇ ਨਾਲ ਮਿਲਿਆ ਜੁੜਿਆ ਰਹੇਗਾ। ਬਿਸ਼ਰਨ ਹੋਇ ਕਬ ਨਾਹੇ। ਕਦੇ ਵੀ ਤੇਰਾ ਜਿਹੜਾ ਸਾਡੇ ਨਾਲ ਵਿਛੜਨਾ ਨਹੀਂ ਹੋਏਗਾ। ਜੇ ਤੂੰ ਸਾਨੂੰ ਸਰਬ ਵਿਆਪੀ ਜਾਣੇਗਾ ਵੀ ਮੇਰੇ ਰਾਮ ਜੀ ਸਾਰੇ ਥਾਂ ਹੀ ਵਿਆਪਕ ਹੈ, ਸਾਰੇ ਥਾਂ ਰਮੇ ਹੋਏ ਹੈ, ਜੇ ਤੂੰ ਇਵੇਂ ਜਾਣੇਗਾ ਤੇ ਫਿਰ ਤੂੰ ਤੇਰਾ ਕਦੀ ਸਾਡੇ ਨਾਲ ਵਿਛੜਨਾ ਨਹੀਂ ਹੋਏਗਾ, ਹਮੇਸ਼ਾ ਹੀ ਮਿਲਿਆ ਰਹੇਗਾ। ਚੌਪਈ ਦੇਖਤ ਹੋ ਜਿਤਨੇ ਤਨ ਸਾਰੇ। ਕਿਉਂਕਿ ਹਨੂਮਾਨ ਜਿੰਨੇ ਤੂੰ ਸਾਰੇ ਸਰੀਰ ਤੂੰ ਦੇਖਦਾ ਤੱਕਦਾ ਹੈ ਸਭ ਜਾਨ ਸੀਤਾ ਇਹ ਧਾਰੇ। ਸਾਰੇ ਜਾਣਦਾ ਵੀ ਇਹ ਜਿਹੜੀ ਤੇਰੀ ਸੀਤਾ ਮਾਤਾ ਬੈਠੀ ਹੈ ਨਾ ਇਸ ਨੇ ਧਾਰੇ ਹੋਏ ਆ। ਭਾਵ ਸੀਤਾ ਤੋਂ ਇੱਥੋਂ ਅਰਥ ਕੀ ਲੈਣਾ? ਮਾਇਆ। ਇਹ ਮਾਇਆ ਨਹੀਂ, ਜਿਹੜੀ ਮਾਇਆ ਰੂਪ ਸੀਤਾ ਉਹਨੇ ਇਹ ਸਾਰੇ ਸਰੀਰ ਧਾਰੇ ਹੋਏ ਆ। ਤੇ ਜਿਵੇਂ ਉਹ ਵਾਲਮੀਕੀ ਰਾਮਾਇਣ 'ਚ ਪ੍ਰਸੰਗ ਆਉਂਦਾ ਹੈ ਕਿ ਸ਼੍ਰੀ ਰਾਮਚੰਦਰ ਭਗਵਾਨ ਜੀ ਦੇ ਕੋਲ ਇਹ ਹਨੂਮਾਨ ਜੀ ਨੇੜੇ ਜੋ ਕਿ ਬੈਠੇ ਹੋਏ ਸੀ ਤੇ ਰੀਝ ਲਾ ਕੇ ਦਰਸ਼ਨ ਕਰੀ ਜਾਂਦੇ ਸਨ। ਇਹ ਇੱਕ ਟਾਕਾ। ਉਸ ਵੇਲੇ ਰਾਮਚੰਦਰ ਜੀ ਨੇ ਹਨੂਮਾਨ ਨੂੰ ਉਪਦੇਸ਼ ਦੇਣ ਵਾਸਤੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਹੇ ਹਨੂਮਾਨ, ਉਹ ਜੋ ਰਾਮ ਅਸਲੀ ਰਾਮ ਉਹਦੇ ਵਿੱਚ ਜੁੜ, ਉਹ ਅਸਲੀ ਰਾਮ ਵਿੱਚ ਧਿਆਨ ਕਰ ਤੂੰ। ਤੇ ਉਸ ਵੇਲੇ ਹਨੂਮਾਨ ਬੋਲਿਆ ਕਿ ਮਹਾਰਾਜ, ਕੀ ਤੁਸੀਂ ਅਸਲੀ ਰਾਮ ਨਹੀਂ ਹੋ, ਤੁਸੀਂ ਨਕਲੀ ਰਾਮ ਹੋ? ਕਹਿੰਦੇ ਹਨੂਮਾਨ ਇਹਦੇ ਤੂੰ ਆਪਣੀ ਸੀਤਾ ਮਾਤਾ ਨੂੰ ਪੁੱਛ ਲਾ ਕਿ ਅਸੀਂ ਅਸਲੀ ਹਾਂ ਕਿ ਨਕਲੀ ਹਾਂ, ਉਹੀ ਉਹ ਤੈਨੂੰ ਦੱਸੇਗੀ। ਫਿਰ ਸੀਤਾ ਮਾਤਾ ਨੂੰ ਪੁੱਛਿਆ ਹਨੂਮਾਨ ਜੀ ਨੇ ਕਿ ਮਾਤਾ ਜੀ, ਮਹਾਰਾਜ ਸ਼੍ਰੀ ਰਾਮਚੰਦਰ ਜੀ ਤੁਹਾਡੇ ਮਾਲਕ ਇਹ ਗੱਲ ਕਹਿ ਰਹੇ ਆ ਕਿ ਤੂੰ ਅਸਲੀ ਰਾਮ ਦਾ ਧਿਆਨ ਕਰ, ਅਸਲੀ ਰਾਮ ਵਿੱਚ ਜੁੜ।
ਕਿ ਇਹ ਰਾਮ ਜੀ ਆਪਣੇ ਮਾਲਕ ਤੁਹਾਡੇ ਅਸਲੀ ਨਹੀਂ ਹੈਗੇ? ਤੇ ਉਸ ਵੇਲੇ ਸੀਤਾ ਮਾਤਾ ਨੇ ਜਿਹੜਾ ਸਿਰ ਜਿਹਾ ਮਾਰ ਦਿੱਤਾ ਕਿ ਨਹੀਂ, ਅਸਲੀ ਨਹੀਂ ਹੈ। ਵੀ ਉਹ ਦੱਸਿਆ ਫਿਰ ਵੀ ਇਹ ਹਨੂੰਮਾਨ, ਇਹ ਤੇ ਦਸ਼ਰਥ ਦਾ ਬੇਟਾ ਹੈ, ਭਾਵੇਂ ਮੇਰਾ ਹੀ ਬਣਾਇਆ ਹੋਇਆ ਰਾਮ ਹੈ, ਤੇ ਮੈਂ ਰਾਵਣ ਨੂੰ ਮਾਰਨ ਵਾਸਤੇ ਤੇ ਰਾਮ ਬਣਾਇਆ ਹੋਇਆ ਹੈ। ਅੱਜ ਜੋ ਲਛਮਣ ਦੇਖ ਰਿਹਾ ਹੈ, ਇਹ ਵੀ ਮੇਰਾ ਹੀ ਬਣਾਇਆ ਹੋਇਆ, ਤੂੰ ਵੀ ਮੇਰਾ ਹੀ ਬਣਾਇਆ ਹੋਇਆ ਹੈ। ਇਹਦੇ ਜਿਹੜੇ ਵਿਚਾਰੇ ਦੇਵਤੇ ਉਹਨਾਂ ਨੂੰ ਛਡਾਉਣਾ ਸੀ, ਤੇ ਰਾਮ ਨੂੰ ਮੈਂ ਬਣਾਇਆ, ਤੇ ਦੇਵਤਿਆਂ ਨੂੰ ਛਡਾ ਕੇ ਤੇ ਉਹਨਾਂ ਨੂੰ ਸੁੱਖ ਬਖਸ਼ਿਆ ਹੈ। ਇਹ ਸਭ ਮੇਰੇ ਬਣਾਏ ਹੋਏ, ਇਸ ਕਰਕੇ ਅਸਲ ਰਾਮ ਨਹੀਂ ਹੈ ਇਹ। ਤੇਰੇ ਜੋ ਮਹਾਰਾਜ ਰਾਮ ਜੀ ਹੈ ਨਾ, ਤੇ ਯਥਾਰਥ ਬਚਨ ਕਹਿ ਰਹੇ ਹੈ ਕਿ ਤੂੰ ਅਸਲੀ ਜੋ ਰਮੰਤੀ ਰਾਮਾ ਹੈ ਉਹਦੇ ਵਿੱਚ ਜੁੜ। ਰਾਮਾ ਰਮੰਤੀ ਰਾਮਾ, ਰਾਮ ਰਮੰਤੀ ਰਾਮਾ। ਜੋ ਅਸਲੀ ਰਾਮ ਉਹ ਤੇ ਸਾਰੇ ਥਾਂ ਹੀ ਵਿਆਪਕ ਹੋਇਆ। ਉਹ ਤੇ ਇੱਥੇ ਥੋੜ੍ਹੀ ਹੈ ਵੀ ਹਨੂੰਮਾਨ ਜਿਵੇਂ ਤੂੰ ਸਾਹਮਣੇ ਵੇਖ ਰਿਹਾ ਵੀ ਇੱਥੇ ਰਾਮ, ਉਹ ਤੇ ਸਾਰੇ ਥਾਂ ਹੀ ਰਮਿਆ ਹੋਇਆ ਹੈ। ਉਹ ਤੇ ਵਿਆਪਕ ਹੈ, ਸਰਵ ਵਿਆਪੀ ਹੈ, ਹਰ ਥਾਂ ਕਣ ਕਣ ਵਿੱਚ ਹੈ ਰਾਮ। ਰਮਤ ਰਾਮ ਸਭ ਰਹਿਓ ਸਮਾਈ। ਐਸੇ ਰਾਮ ਦੇ ਨਾਲ ਤੂੰ ਵਿਹਾਰ ਕਰ। ਰਾਮ ਰਾਮ ਸੰਗ ਕਰ ਵਿਵਹਾਰ। ਰਾਮ 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 ਪ੍ਰਾਨ ਆਧਾਰ। ਰਾਮ 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 ਕੀਰਤਨ ਗਾਏ। ਰਮਤ ਰਾਮ ਸਭ ਰਹਿਓ ਸਮਾਏ। ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ। ਇਸ ਰਾਮ ਦਾ ਤੂੰ ਜਿਹੜਾ ਹਨੂੰਮਾਨ ਧਿਆਨ ਕਰ। ਜਿਵੇਂ ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਰਾਮ ਤੇ ਬਹੁਤ ਹੈ, ਤੇ ਉਹਨਾਂ ਨੇ ਲਿਖਿਆ ਹੈ ਵੀ ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਰੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭਹੂ ਤੇ ਨਿਆਰਾ। ਤੇ ਇੱਕ ਤੇ ਕਹਿੰਦੇ ਉਹ ਰਾਮ ਹੈ ਜੋ ਦਸ਼ਰਥ ਦਾ ਬੇਟਾ ਤ੍ਰੇਤੇ ਵਿੱਚ ਹੋਇਆ ਹੈ, ਤੇ ਇੱਕ ਰਾਮ ਉਹ ਹੈ ਜੋ ਘਟ ਘਟ ਮੈਂ ਹਰ ਜੂ ਬਸੈ, ਜੋ ਰਮਤ ਰਾਮ ਸਭ ਰਹਿਓ ਸਮਾਏ, ਜੋ ਰਾਮ ਰਮੰਤੀ ਰਾਮਾ, ਜਿਹੜਾ ਹਿਰਦੇ ਹਿਰਦੇ ਸਰੀਰ ਵਿੱਚ ਵਸਿਆ ਹੋਇਆ, ਸਾਰੇ ਛੋਟੇ ਜੀਵ ਤੋਂ ਲੈ ਕੇ ਵੱਡੇ ਜੀਵਾਂ ਤੱਕ, ਜੋ ਪਹਾੜਾਂ ਕੰਦਰਾਂ ਗੁਫਾਵਾਂ ਬਨਸਪਤੀ ਸਮੁੰਦਰਾਂ ਪਤਾਲਾਂ ਆਕਾਸ਼ਾਂ ਵਿੱਚ ਸਮਾਇਆ ਹੋਇਆ, ਉਹ ਰਮੰਤੀ ਰਾਮਾ। ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਉਹ ਜਿਹਦਾ ਸਾਰਾ ਪਸਾਰਾ, ਜਿੰਨੀ ਆ ਕੁਦਰਤ ਦਿਸ ਰਹੀ ਹੈ, ਇਹ ਮਾਇਆ ਦਾ ਪਸਾਰਾ, ਇੱਕ ਤੇ ਉਹ ਰਾਮ ਹੈ। ਏਕ ਰਾਮ ਸਭਹੂ ਤੇ ਨਿਆਰਾ, ਜੋ ਕੁਝ ਦਿਸਣ ਵਿੱਚ ਆ ਰਿਹਾ ਇਹ ਤਿੰਨਾਂ ਗੁਣਾਂ ਦੇ ਅਧੀਤ ਹੈ, ਰਜੋ ਗੁਣ ਤਮੋ ਗੁਣ ਸਤੋ ਗੁਣ ਦੇ, ਇਹਦੇ ਵਿੱਚ ਹੈ ਬਣਾਇਆ ਹੋਇਆ, ਮਾਇਆ ਰਚਿਤ ਹੈ। ਤੇ ਇੱਕ ਰਾਮ ਹੈ ਜਿਹੜਾ ਬਿਲਕੁਲ ਸਾਰਿਆਂ ਤੋਂ ਨਿਆਰਾ, ਅਲੱਗ ਹੀ ਵੱਖਰਾ, ਸੱਚਖੰਡ ਵਸਿਆ ਨਿਰੰਕਾਰ, ਉਹ ਰਾਮ। ਇਸੇ ਤਰ੍ਹਾਂ ਉਹ ਸੀਤਾ ਜੋ ਬਣੀ ਹੋਈ ਸੀ, ਮਾਤਾ ਉਹਨੇ ਕਿਹਾ ਵੀ ਹਨੂੰਮਾਨ ਇਹ ਯਥਾਰਥ ਕਹਿ ਰਹੇ ਰਾਮਚੰਦਰ ਜੀ, ਮੇਰੇ ਮਾਲਕ ਤੇ ਤੇਰੇ ਮਹਾਰਾਜ, ਕਿ ਤੂੰ ਰਮੇ ਹੋਏ ਰਾਮ ਦਾ ਚਿੰਤਨ ਕਰ, ਉਹਦੇ ਵਿੱਚ ਜੁੜ ਜੋ ਸਾਰੇ ਥਾਂ ਵਿਆਪਕ ਹੈ। ਤੇ ਰਾਮਚੰਦਰ ਜੀ ਕਹਿਣ ਲੱਗੇ ਕਿ ਹਨੂੰਮਾਨ ਦੇ ਕੇ ਜਿਹੜਾ ਸਰੀਰ ਹੈ ਇਹ ਤੇ ਵਿਛੜਦਾ ਹੀ ਹੈ, ਵਿਛੜ ਗਿਆ ਤੇ ਇਹ ਚਲਾ ਗਿਆ, ਤੇ ਤੂੰ ਕਹੇਂਗਾ ਵੀ ਰਾਮ ਜੀ ਵੀ ਚਲੇ ਗਏ, ਪਰ ਜਿਹੜਾ ਰਮੰਤੀ ਰਾਮਾ ਉਹ ਕਦੀ ਵਿਛੜਦਾ ਨਹੀਂ, ਉਹ ਮਰਦਾ ਨਹੀਂ, ਉਹ ਤੇਰੇ ਮੇਰੇ ਸਾਰੇ ਸਭ ਥਾਂ ਹੀ ਸਮਾਇਆ ਹੋਇਆ ਹੈ। ਇਸ ਕਰਕੇ ਇਹ ਜਿਹੜੀ ਜੋ ਕੁਝ ਵੀ ਦੇਖ ਰਿਹਾ ਹੈ ਇਹ ਸਭ ਕੁਝ ਰਮਿਆ ਹੋਇਆ ਰਾਮ ਦਾ ਪਸਾਰਾ ਹੈ, ਉਹ ਆਪ ਰਮਿਆ ਹੋਇਆ ਹੈ, ਉਹਦੀ ਕੁਦਰਤ ਦਾ ਪਸਾਰਾ, ਉਹਦੀ ਮਾਇਆ ਦਾ ਪਸਾਰਾ। ਕੋਈ ਲਛਮਣ ਬਣਿਆ ਹੈ, ਕੋਈ ਰਾਵਣ ਬਣਿਆ, ਕੋਈ ਹਨੂੰਮਾਨ, ਕੋਈ ਸੀਤਾ ਬਣੀ ਹੋਈ ਹੈ, ਕੋਈ ਬਾਂਦਰਾਂ ਦਾ ਦਲ, ਕੋਈ ਮੇਘਨਾਦ, ਕੋਈ ਕੁੰਭਕਰਨ ਬਣਿਆ ਹੋਇਆ, ਕੋਈ ਸੁਗਰੀਵ, ਕੋਈ ਬਾਲੀ। ਇਸ ਤਰ੍ਹਾਂ
ਕਹਿ ਰਹੇ ਹਨ, ਪੰਕਤੀ ਪੜੋ ਜੀ। ਸਭ ਜਾਨਹੁ ਸੀਤਾ ਇਹ ਧਾਰੇ। ਗੁਰੂ ਨਾਨਕ ਸਾਹਿਬ ਜੀ ਉਹੀ ਪੱਖ ਨਾਲ ਸਮਝਾ ਰਹੇ ਹੈ। ਇਹਦੇ ਸੀਤਾ ਦਾ ਅਰਥ ਲਾ ਲੈਣਾ ਵੀ ਮਾਇਆ, ਤੇ ਉਂਝ ਵੀ ਜੋ ਰਮਿਆ ਹੋਇਆ ਰਾਮ ਹੈ ਪਰਮਾਤਮਾ, ਉਹਦਾ ਨਾਮ ਇੱਕ ਰਾਮ ਹੈ। ਉਹ ਵਿਆਪਕ ਹੋਣੇ ਕਰਕੇ ਉਹਦਾ ਨਾਮ ਰਾਮ ਹੈ। ਤੇ ਜਿਹੜੀ ਉਹਦੀ ਮਾਇਆ ਉਹਦਾ ਨਾਮ ਸੀਤਾ ਹੈ। ਇਸ ਕਰਕੇ ਇੱਥੇ ਉਹ ਮਾਇਆ ਦੀ ਜਿਹੜੇ ਵਿਚਾਰ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹੈ ਵੀ ਹੇ ਹਨੂਮਾਨ ਸਭ ਥਾਂ ਤੂੰ ਜਾਲਾ, ਇਹ ਜਿਹੜੀ ਮਾਇਆ ਰੂਪੀ ਸੀਤਾ ਹੈ ਉਸ ਦੇ ਇਹ ਸਰੀਰ ਧਾਰੇ ਹੋਏ ਆ ਸਾਰੇ, ਜਿੰਨੇ ਵੇਖ ਰਿਹਾ ਹੈ। ਸੋ ਸੀਤਾ ਪੁਨ ਧਰ ਰਘੁਬੀਰੋ। ਉਹੀ ਉਹ ਮਾਇਆ ਰੂਪ ਸੀਤਾ ਨੇ ਰਾਮਚੰਦਰ ਜੀ ਦਾ ਜਿਹੜਾ ਅਵਤਾਰ ਧਾਰਿਆ, ਸਰੀਰ ਧਾਰਿਆ ਹੈ। ਸੋ ਲਖਮਨ ਕੋ ਬਣੀ ਸਰੀਰੋ। ਉਹੀ ਉਹ ਮਾਇਆ ਰੂਪ ਸੀਤਾ ਜਿਹੜੀ ਹੈ ਤੇ ਲਛਮਣ ਦਾ ਸਰੀਰ ਬਣੀ ਹੋਈ ਹੈ, ਲਛਮਣ ਦਿਸ ਰਿਹਾ ਹੈ। ਸਭ ਬਾਂਦਰ ਦਲ ਸੋ ਜਾਨਹਾ। ਉੱਥੇ ਉਹ ਵਿਚਾਰ ਸਾਗਰ ਵਿੱਚ ਵੀ ਦੱਸਿਆ ਹੋਇਆ ਵੀ ਜੋ ਕ੍ਰਿਸ਼ਨ ਜੀ ਦਾ ਰੂਪ ਹੈ, ਰਾਮਚੰਦਰ ਜੀ ਦਾ ਰੂਪ, ਜਿੰਨੇ ਵੀ ਇਹ ਰੂਪ ਹੈ ਨਾ ਸਾਰੇ, ਇਹ ਤਿੰਨਾਂ ਗੁਣਾਂ ਦੇ ਅਧੀਨ ਹੈ, ਤਿੰਨਾਂ ਗੁਣਾਂ ਦੇ ਵਿੱਚ ਬਣੇ ਹੋਏ ਆ। ਇਸ ਕਰਕੇ ਮਾਇਆ ਰਚਿਤ ਹੈ। ਇਹ ਈਸ਼ਰ ਦੇ ਈਸ਼ਰ ਹੈ। ਉਹ ਜੋ ਮਹਾਨ ਪਰਮੇਸ਼ਵਰ ਹੈ ਉਹ ਤਾਂ ਇਹਨਾਂ ਚੀਜ਼ਾਂ ਤੋਂ ਅਸੰਗ ਹੈ, ਉਹ ਸ਼ੁੱਧ ਸਰੂਪ ਹੈ। ਅਤੇ ਤੇਰਾ ਗੁਣਾ ਅਤੀਤ ਹੈ, ਭਾਵ ਵੱਖਰਾ ਹੈ ਬਿਲਕੁਲ ਹੀ। ਤ੍ਰੈ ਗੁਣ ਤੇ ਪ੍ਰਾਪਿਨ ਕਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਚੱਕਰ ਚੇਨਾ 12 ਹੈ ਮਾਲਕੋ। ਅਤੇ ਕਹਿੰਦੇ ਹੈ ਹੇ ਹਨੂਮਾਨ ਆ ਸਾਰੇ ਬਾਂਦਰਾਂ ਦਾ ਜਿਹੜਾ ਦਲ ਦੇਖ ਰਿਹਾ ਹੈ। ਬਾਲੀ ਜਾਮਵੰਤ ਪਹਿਚਾਨਹਾ। ਉਹੀ ਉਹ ਸੀਤਾ ਰੂਪ ਜਿਹੜੀ ਮਾਇਆ ਹੈ, ਉਹੀ ਉਹ ਬਾਲੀ ਹੈ ਬਲੀ, ਤੇ ਜਾਮਵੰਤ ਪਹਿਚਾਨ ਲਾ, ਸਮਝ ਲਾ। ਅੰਗਦ ਔਰ ਸੁਗਰੀਵ ਸੋ ਸੀਤਾ। ਇਸੇ ਤਰ੍ਹਾਂ ਉਹੀਓ ਮਾਇਆ ਰੂਪ ਸੀਤਾ ਹੀ ਅੰਗਦ ਬਣੀ ਹੋਈ ਹੈ ਸਰੀਰ ਵਿੱਚ, ਉਹੀਓ ਮਾਇਆ ਰੂਪ ਸੀਤਾ ਸੁਗਰੀਵ ਬਣਿਆ ਹੋਇਆ ਹੈ। ਸਭ ਰਾਖਸ ਤਨ ਤਿਨਹੀ ਕੀਤਾ। ਉਸ ਮਾਇਆ ਰੂਪ ਸੀਤਾ ਨੇ ਸਾਰੇ ਰਾਖਸ਼ਾਂ ਦਾ ਸਰੀਰ ਕੀਤਾ ਹੋਇਆ ਹੈ। ਰਾਵਣ ਆਦਿ ਭੀਖਨ ਸਭ ਹੀ। ਰਾਵਣ ਤੋਂ ਲੈ ਕੇ ਆਦ ਉਹਦੇ ਪੁੱਤਰ ਮੇਘਨਾਦ, ਭਰਾ ਦਾ ਕੁੰਭਕਰਨ, ਇਸੇ ਤਰ੍ਹਾਂ ਦੇ ਹੋਰ ਜਿਹੜੇ ਬਲੀ ਹੈ, ਤੇ ਭੀਖਣ ਉਸ ਦਾ ਭਰਾ, ਸਾਰੇ ਹੀ। ਤਨ ਸੀਤਾ ਧਾਰ ਹੈ ਲਖ ਅਬਹੀ। ਹੁਣ ਤੂੰ ਜਾਣ ਲਾ ਵੀ ਉਹ ਮਾਇਆ ਰੂਪ ਸੀਤਾ ਨੇ ਸਾਰੇ ਸਰੀਰ ਧਾਰਦੀ ਉਸਨੇ ਧਾਰੇ ਹੋਏ ਸੀ। ਬਿਨ ਸੀਤਾ ਕੇ ਕਹੋ ਨਾ ਔਰਾ। ਹੇ ਹਨੂਮਾਨ ਉਸ ਮਾਇਆ ਰੂਪ ਸੀਤਾ ਤੋਂ ਬਿਨਾ ਕੋਈ ਹੋਰ ਹੈਗਾ ਹੀ ਨਹੀਂ ਹੈ। ਦ੍ਰਿਸ਼ਟ ਜੋ ਆਵਤ ਸੋ ਸਭ ਠੋਰਾ। ਜੋ ਵੀ ਦ੍ਰਿਸ਼ਟ ਆ ਰਿਹਾ ਨਾ ਸਭ ਥਾਵਾਂ ਤੇ ਉਹ ਮਾਇਆ ਰੂਪ ਸੀਤਾ ਹੀ ਹੈ। ਕਿਉਂਕਿ ਰਾਮ ਪਰਮਾਤਮਾ ਦਾ ਨਾਮ ਹੈ, ਰਮੇ ਹੋਏ ਕਰਕੇ ਉਹਦੀ ਮਾਇਆ ਹੋਣੇ ਕਰਕੇ ਉਹਨੂੰ ਸੀਤਾ ਦਾ ਨਾਮ ਦਿੱਤਾ ਹੋਇਆ ਹੈ। ਦੋਹਰਾ ਸੋ ਸੀਤਾ ਸਭ ਜਗ ਭਈ। ਉਹੀ ਜਿਹੜੀ ਸਰਮਾਇਆ ਰੂਪ ਸੀਤਾ ਸਾਰੇ ਜੱਗ ਵਿੱਚ ਪ੍ਰਗਟ ਹੋਈ ਹੈ। ਸਤਿਆ ਲੈ ਕਰ ਰਾਮ। ਆਪਣੇ ਆਪ ਉਹ ਕਾਇਮ ਨਹੀਂ ਹੋਈ, ਆਪਣੇ ਆਪ ਉਹ ਸਥਿਤ ਨਹੀਂ ਹੋਈ ਹੈ, ਜਾਂ ਆਪਣੇ ਆਪ ਉਹ ਜਗਤ ਵਿੱਚ ਆਈ ਹੋਈ ਹੈ। ਉਸ ਰਵੇਂ ਹੋਏ ਪਰਮਾਤਮਾ ਦੀ ਸੱਤਿਆ ਚੇਤਨ ਸੱਤਾ ਲੈ ਕਰਕੇ ਇਹ ਸੰਸਾਰ ਵਿੱਚ ਹੋਈ ਹੈ। ਉਪਜਾਵਤ ਸਭ ਜਗਤ ਕੋ। ਉਸ ਰਮੇ ਹੋਏ ਪਰਮਾਤਮਾ ਦੀ ਚੇਤਨ ਸੱਤਾ ਲੈ ਕਰਕੇ ਸਾਰੇ ਜਗਤ ਨੂੰ ਪੈਦਾ ਕਰਦੀ ਹੈ। ਪੁਨ ਪਾਲਤ ਸੁਖ ਧਾਮ। ਫਿਰ ਸੁੱਖਾਂ ਦਾ ਧਾਮ ਜੋ ਮਾਇਆ ਰੂਪ ਸੀਤਾ, ਫਿਰ ਉਹ ਸੰਸਾਰ ਦੇ ਜੀਵਾਂ ਨੂੰ ਪਾਲਦੀ ਪੋਸਦੀ ਹੈ। ਚੌਪਈ ਸੋ ਸੀਤਾ ਪੁਨ ਕਰਤ ਸੰਘਾਰਾ। ਉਹੀਓ ਜਿਹੜੀ ਮਾਇਆ ਰੂਪ ਸੀਤਾ ਹੈ, ਜਿਹੜੀ ਹੇ ਹਨੂਮਾਨ ਸਭ ਦਾ ਸੰਘਾਰ ਕਰਦੀ, ਨਾਸ ਕਰਦੀ ਹੈ। ਸਤਿਆ ਪਾਏ ਕਰਹਿ ਸਭ ਕਾਰਾ। ਉਸ ਰਮੇ ਹੋਏ ਪਰਮਾਤਮਾ ਦੀ ਚੇਤਨ ਸੱਤਾ ਪਾ ਕਰਕੇ ਸਾਰੇ ਕੰਮ ਕਰਦੀ ਹੈ। ਉਂਝ ਤੇ ਇਹ ਮਾਇਆ ਰੂਪ ਸੀਤਾ ਤੇ ਬਿਲਕੁਲ ਜੜ ਹੈ, ਕੁਝ ਨਹੀਂ ਕਰ ਸਕਦੀ।
ਪਰਮਾਤਮਾ ਦੀ ਸੱਤਿਆ ਤੋਂ ਬਿਨਾ ਰਾਮ ਵਿਆਪਕ ਸਭ ਕੇ ਮਾਹੀ। ਜਿਉ ਰਮਿਆ ਹੋਇਆ ਰਾਮ ਉਹਦੇ ਸਾਰਿਆਂ ਵਿੱਚ ਹੀ ਵਿਆਪਕ ਹੈ। ਰਮਤ ਰਾਮ ਸਭ ਰਹੋ ਸਮਾਏ। ਬਿਨ ਵਿਆਪਕ ਕੋ ਘਟ ਨਾਹੀ। ਰਮੇ ਹੋਏ ਰਾਮ ਦੇ ਵਿਆਪਕਤਾ ਤੋਂ ਬਿਨਾਂ ਤੇ ਕੋਈ ਘਟ ਹਿਰਦਾ ਸਿਰਜ ਹੈ ਹੀ ਨਹੀਂ ਹੈ। ਜਾਂ ਤੇ ਸੀਤਾ ਹੈ ਜਾਂ ਰਾਮ। ਜਾਂ ਤੇ ਉਹ ਮਾਇਆ ਰੂਪ ਸੀਤਾ ਹੈ ਤੇ ਜਾਂ ਜਿਹੜਾ ਰਮਿਆ ਹੋਇਆ ਰਾਮ ਹੈ ਸਭ ਥਾਂ। ਨਹਿ ਤੀਸਰ ਕੋ ਚੀਨਹ ਨਾਮ। ਇਹ ਹਨੂਮਾਨ ਤੀਸਰਾ ਤੂੰ ਕਿਸੇ ਦਾ ਨਾਮ ਨਾ ਜਾਣ ਪਹਿਚਾਨ। ਮ੍ਰਿਦਲ ਬੈਨ ਸੁਨ ਕੈ ਹਨੂਮਾਨਾ। ਹਨੂਮਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੋ ਰਾਮਚੰਦਰ ਰੂਪ ਵਿੱਚ ਬਣੇ ਹੋਏ ਸੀ, ਬੜੇ ਮਿੱਠੇ ਬਚਨ ਸੁਣ ਕੇ ਪ੍ਰੇਮ ਮਗਨ ਹਿਰਦੇ ਹਰ ਖਾਨਾ। ਪ੍ਰੇਮ ਵਿੱਚ ਮਸਤ ਹੋ ਗਏ ਹੈ, ਹਿਰਦੇ ਵਿੱਚ ਬਹੁਤ ਖੁਸ਼ ਪ੍ਰਸੰਨ ਹੋਇਆ ਹੈ। ਸਤਿ ਸਤਿ ਤੁਮ ਗਿਰਾ ਅਲਾਈ। ਹਨੂਮਾਨ ਕਹਿਣ ਲੱਗਾ, ਹੇ ਮੇਰੇ ਗੁਰੂ ਰਾਮ ਜੀ, ਜੋ ਤੁਸਾਂ ਨੇ ਬਚਨ ਕਿਹਾ ਬਿਲਕੁਲ ਸੱਤ ਹੈ, ਸੱਤ ਹੈ। ਆਪਣੇ ਨਿਕਟ ਰਖੋ ਰਘੁਰਾਈ। ਹੇ ਰਾਘਵਾਂ ਦੇ ਕੋਲ ਦੇ ਰਾਜਾ ਸ਼੍ਰੀ ਰਾਮਚੰਦਰ ਜੀ, ਮੈਨੂੰ ਆਪਣੇ ਕੋਲ ਹੀ ਰੱਖੋ। ਰਾਮ ਵੇਖ ਸ੍ਰੀ ਨਾਨਕ ਕਹਾ। ਉਸ ਵੇਲੇ ਜੋ ਗੁਰੂ ਨਾਨਕ ਦੇਵ ਜੀ ਰਾਮਚੰਦਰ ਜੀ ਦੇ ਭੇਖ ਰੂਪ ਵਿੱਚ ਸਨ ਤੇ ਬਚਨ ਕਿਹਾ। ਕਥਾ ਕੀਰਤਨ ਹੋਵਤ ਜਹਾਂ। ਇਹ ਵੀ ਹਨੂਮਾਨ ਜਿੱਥੇ ਪਰਮੇਸ਼ਰ ਵਾਹਿਗੁਰੂ ਦੀ ਕਥਾ ਹੁੰਦੀ ਹੈ ਤੇ ਕੀਰਤਨ ਸਿਫਤ ਸਲਾਹ ਹੁੰਦੀ ਹੈ। ਦੋਹਰਾ ਤਹਾਂ ਬਸਤ ਹੋ ਮੈਂ, ਤਹਾਂ ਬਸਤ ਹੋ ਮੈਂ ਸਦਾ। ਉੱਥੇ ਮੈਂ ਰਾਮ ਸਦਾ ਹੀ ਵਸਦਾ ਹਾਂ ਸਤ ਸੰਗਤ ਵਿੱਚ। ਸਨਹਾ ਪ੍ਰੀਤ ਕਰ ਜਾਏ। ਇਸ ਕਰਕੇ ਵੀ ਹਨੂਮਾਨ ਤੂੰ ਪ੍ਰੀਤ ਪ੍ਰੇਮ ਕਰਕੇ ਸਤ ਸੰਗਤ ਵਿੱਚ ਜਾ ਕਰਕੇ ਸੁਣਿਆ ਕਰ। ਨਿਕਟ ਰਹਿਨ ਫਲ ਹੋਤ ਹੈ। ਜਿਵੇਂ ਤੈਨੂੰ ਸਾਡੇ ਕੋਲ ਨੇੜੇ ਰਹਿਣ ਦਾ ਫਲ ਹੁੰਦਾ ਸੀ, ਇਵੇਂ ਤੈਨੂੰ ਉੱਥੇ ਫਲ ਨੇੜੇ ਰਹਿਣ ਦਾ ਹੋਏਗਾ। ਸਤ ਸੰਗਤ ਮਨ ਲਾਏ। ਸਤ ਸੰਗਤ ਵਿੱਚ ਜਿਹੜਾ ਹੈ ਤੂੰ ਵੀ ਮਨ ਲਾਏਗਾ ਤੇ ਇਸ ਕਰਕੇ ਤੇਰਾ ਜਿਹੜਾ ਹੈ ਉਹ ਸਤ ਸੰਗਤ ਵਿੱਚ ਮਨ ਲਾਉਣੇ ਕਰਕੇ ਤੈਨੂੰ ਨੇੜੇ ਰਹਿਣ ਦਾ ਬਹੁਤ ਫਲ ਹੋਏਗਾ। ਉੱਥੇ ਅਸੀਂ ਵਸਦੇ ਹਾਂ। ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਵਿਚਾਰਾ। ਇਹ ਸਾਧ ਸੰਗਤ ਵਿੱਚ ਹੀ ਸਾਡਾ ਨਿਵਾਸ ਹੈ, ਉੱਥੇ ਅਸੀਂ ਵਸਦੇ ਹਾਂ। ਤੇ ਹਨੂਮਾਨ ਤੂੰ ਉਹ ਸਾਧ ਸੰਗਤ ਵਿੱਚ ਜਾਇਆ ਕਰ, ਤੈਨੂੰ ਬਹੁਤ ਤਕੜਾ ਫਲ ਹੋਏਗਾ ਨੇੜੇ ਰਹਿਣ ਦਾ। ਚੌਪਈ ਅਬ ਤੁਮ ਜਾਵਹੁ ਜਹ ਤੇ ਆਇਓ। ਹੁਣ ਤੂੰ ਵੀ ਜਿੱਥੋਂ ਆਇਆ ਉੱਥੇ ਚਲਿਆ ਜਾ। ਬੰਧਨ ਕਰ ਹਨੂਮਾਨ ਸਦਾਇਓ। ਐਵੇਂ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਤੇ ਹਨੂਮਾਨ ਚਲਿਆ ਗਿਆ। ਐਵੇਂ ਇਹ ਨਹੀਂ ਹੈ ਅਸਲ ਰੂਪ ਵਿੱਚ ਜੋ ਕਿ ਹਨੂਮਾਨ ਉਹ ਰਾਵਣ ਦੀ ਚਿਖਾ ਦੇ ਕੋਲ ਹੀ ਬੈਠਾ ਹੋਇਆ ਸੀ ਵੀ ਇਹ ਸੋਚ ਕੇ ਭਰਮ ਕਰਕੇ ਵੀ ਜੇ ਇਹ ਰਾਵਣ ਹੁਣ ਉੱਠ ਗਿਆ ਤੇ ਗੁਰਜ ਲੈ ਕੇ ਬੈਠਾ ਹੋਇਆ ਸੀ ਵੀ ਇਹਨੂੰ ਮੈਂ ਉਸੇ ਵੇਲੇ ਮਾਰ ਦੇਵਾਂਗਾ, ਫਿਰ ਨਹੀਂ ਤੇ ਫਿਰ ਦੇਵਤਿਆਂ ਨੂੰ ਭਲੇ ਪੁਰਸ਼ਾਂ ਸੰਤਾਂ ਮਤਾਂ ਨੂੰ ਦੁੱਖ ਦੇਗਾ। ਇਹ ਭਰਮ ਕਰਕੇ ਉੱਥੇ ਬੈਠਾ ਹੋਇਆ ਸੀ ਤੇ ਗੁਰੂ ਸਾਹਿਬ ਜੀ ਨੇ ਰਾਮ ਰੂਪ ਹੋ ਕੇ ਸਮਝਾਇਆ ਵੀ ਹਨੂਮਾਨ ਇਹ ਤੇ ਜਿਹੜੀ ਉਹ ਪਰਮਾਤਮਾ ਦੀ ਰਮੇ ਹੋਏ ਪਰਮੇਸ਼ਰ ਦੀ ਮਾਇਆ ਰੂਪ ਸੀਤਾ ਹੈ ਨਾ, ਉਸ ਦੇ ਬਣਾਏ ਹੋਏ ਹੈ ਰਾਵਣ ਹੋਣੀ। ਰਾਵਣ ਲਛਮਣ ਤੂੰ ਇਸ ਤਰ੍ਹਾਂ ਨਾ ਸੋਚ ਵੀ ਰਾਵਣ ਉੱਠ ਜਾਏਗਾ ਤੈਨੂੰ ਮੈਂ ਮਾਰ ਦੇਵਾਂਗਾ। ਇਹ ਤੇ ਹੁਣ ਜੋ ਹੋ ਗਿਆ ਸੋ ਹੋ ਗਿਆ। ਹੁਣ ਤੂੰ ਇਹ ਚਿਖਾ ਦੇ ਕੋਲ ਬਹਿਣਾ ਛੱਡ ਦੇ, ਸਤ ਸੰਗਤ ਵਿੱਚ ਜਾ ਤੇ ਜੋ ਰਮਿਆ ਹੋਇਆ ਰਾਮ ਪਰਮੇਸ਼ਰ ਵਿਆਪਕ ਹੈ ਉਹਦੇ ਵਿੱਚ ਧਿਆਨ ਲਾਉਣਾ ਕਰ, ਉਹਦੇ ਵਿੱਚ ਜੁੜਨਾ ਕਰ। ਤੇ ਇਹ ਜੋ ਹਨੂਮਾਨ ਸੀ ਫਿਰ ਉਹ ਹਨੂਮਾਨ ਇਹ ਚਿਖਾ ਪਾਸੇ ਕੋਈ ਨਹੀਂ ਗਿਆ ਸੀ, ਉੱਧਰ ਹੀ ਚਲਾ ਗਿਆ ਸੀ ਸਤ ਸੰਗਤ ਕਰਨ। ਜਹ ਰਾਵਣ ਕੀ ਚਿਖਾ ਵਿਸਾਲਾ। ਜਿੱਥੇ ਰਾਵਣ ਦੀ ਚਿਖਾ ਬਣੀ ਹੋਈ ਸੀ, ਅਸਲ ਰੂਪ ਵਿੱਚ ਮਾਰਨ ਉੱਚ ਪਦਵੀ ਬਖਸ਼ ਦਿੱਤੀ ਸੀ, ਇੱਧਰਲੇ ਪਾਸੋਂ ਮੋੜ ਦਿੱਤਾ ਸੀ। ਤਹਾਂ ਜਾਏ ਪਹੁੰਚਿਓ ਤਤਕਾਲਾ। ਉੱਥੇ ਜਾ ਕੇ ਬੜੀ ਛੇਤੀ ਪਹੁੰਚਿਆ ਹਨੂਮਾਨ। ਪਰ ਅਸਲ ਰੂਪ ਵਿੱਚ ਹਨੂਮਾਨ ਦਾ ਜਿਹੜਾ ਟਿਕਾਣਾ ਸਾਧ ਸੰਗਤ ਜੀ ਰਾਮ ਦੀ ਚਿਖਾ ਦੱਸਿਆ ਹੈ, ਜੋ ਕਿ ਬੜੀ ਉਦਾਸ ਕਰਨ ਵਾਲੀ ਗੱਲ ਹੈ ਵੀ ਸ਼੍ਰੀ ਰਾਮਚੰਦਰ ਜੀ ਦਾ
ਸੇਵਕ ਹੋਵੇ ਤੇ ਹਨੂਮਾਨ ਦੀ ਚਿਖਾ ਵਿੱਚ ਹੀ ਕੋਲ ਹੀ ਬੈਠਾ ਰਵੇ ਭਰਮ ਕਰਕੇ, ਕਿੰਨੀ ਉਦਾਸ ਉਪਰਾਮਤਾ ਵਾਲੀ ਗੱਲ ਹੈ। ਤੇ ਗੁਰੂ ਜੀ ਨੇ ਇਸ ਨੂੰ ਇਸ ਥਾਂ ਤੋਂ ਉਧਾਰ ਬਖਸ਼ ਕੇ ਦੱਸਿਆ ਕਿ ਕਥਾ ਕੀਰਤਨ ਸੁਣ ਜਾ ਕਰ ਹਨੂਮਾਨ, ਉੱਥੇ ਕਲਿਆਣ ਰੂਪ ਮੈਂ ਵਸਦਾ ਹਾਂ, ਮੇਰਾ ਉੱਥੇ ਨਿਵਾਸ ਹੈ। ਤੇ ਹਨੂਮਾਨ ਨੂੰ ਸਤ ਸੰਗਤ ਵਿੱਚ ਜਾਣ ਦਾ ਰਸਤਾ ਖੋਲ੍ਹ ਕੇ ਤੇ ਵਿਆਪਕ ਰਾਮ ਦੇ ਰਸਤੇ ਪਾ ਦਿੱਤਾ ਸੀ ਮਹਾਰਾਜ ਜੀ ਨੇ ਕਿ ਚਿਖਾ ਕੋਲ ਬੈਠਿਆਂ ਕੀ ਹੋਣਾ, ਹੁਣ ਤੇ ਰਾਵਣ ਚਲਾ ਗਿਆ ਹੈ, ਤੂੰ ਸਤ ਸੰਗਤ ਕਰ, ਕਥਾ ਕੀਰਤਨ ਕਰ, ਆਨੰਦ ਸੁਖ ਲੈ, ਚਿਰੰਜੀਵੀ ਤੇ ਤੂੰ ਹੈਗਾ ਹੀ ਹੈ। ਕਥਾ ਕੀਰਤਨ ਜਹਾਂ ਜਹਾਂ ਹੋਏ, ਜਿੱਥੇ ਜਿੱਥੇ ਵੀ ਕਹਿੰਦੇ ਕਥਾ ਕੀਰਤਨ ਪਰਮੇਸ਼ਰ ਰਮੇ ਹੋਏ ਪਰਮਾਤਮਾ ਦੇ ਨਾਮ ਦੀ ਹੁੰਦੀ ਹੈ। ਦੂਸਰ ਦਾਨ ਧਰ ਸੁਨ ਹੈ ਸੋਏ, ਹਨੂਮਾਨ ਉੱਥੇ ਜਾ ਜਾ ਕੇ ਤੇ ਆਪਣੀ ਸ਼ਕਤੀ ਨਾਲ ਸਰੀਰ ਧਾਰ ਧਾਰ ਕੇ ਕਹਿੰਦੇ ਕਥਾ ਕੀਰਤਨ ਸੁਣਦਾ ਜਾ ਕੇ। ਤੇ ਹਨੂਮਾਨ ਕਈ ਕਹਿ ਦਿੰਦੇ ਨੇ ਵੀ ਵੇਖੋ ਜੀ ਦਰਬਾਰ 'ਚ ਤਾਂ ਕੋਈ ਨਹੀਂ ਹੈਗਾ, ਇਕੱਲੇ ਲੱਗੇ ਹੋਏ ਆ। ਤੇ ਪਰ ਜਿਹੜੇ ਜਿਨ੍ਹਾਂ ਦੀ ਅੱਖ ਖੁੱਲ੍ਹੀ ਹੋਈ ਨਾ, ਸੰਤ ਮਸਕੀਨ ਸਿੰਘ ਜੀ ਹੋਣੀ ਜਿਵੇਂ ਸਨ, ਤੇ ਉਹਨਾਂ ਦੇ ਕਥਾ ਸੁਣ ਦੇਵੀ ਦੇਵਤੇ ਆਇਆ ਕਰਦੇ ਸੀ। ਤੇ ਉਸ ਦਿਨ ਤੋਂ ਸੰਤਾਂ ਨੂੰ ਇਹ ਗੱਲ ਦਾ ਗਿਆਨ ਹੋਇਆ ਵੀ ਗੁਰੂ ਦਰਬਾਰ ਵਿੱਚ ਜਾਂ ਕਿਤੇ ਵੀ ਜਿੱਥੇ ਪਰਮਾਤਮਾ ਦੇ ਨਾਮ ਦੀ ਕਥਾ ਚੱਲਦੀ ਹੋਵੇ ਨਾ, ਸੰਤਾਂ ਮੰਤਾਂ ਦਾ ਇਕੱਠ ਹੋਵੇ, ਉੱਥੇ ਹੋਰ ਕੋਈ ਹੋਵੇ ਨਾ ਹੋਵੇ ਸੰਗਤ ਰੂਪ ਵਿੱਚ, ਪਰ ਦੇਵੀ ਦੇਵਤੇ ਜਿਹੜੇ ਭਗਤੀ ਵਾਲੀਆਂ ਰੂਹਾਂ ਸਾਰੀਆਂ ਕਿਸੇ ਬੈਠੀਆਂ ਹੁੰਦੀਆਂ ਕਥਾ ਸੁਣਨ ਵਾਸਤੇ। ਐਵੇਂ ਹਨੂਮਾਨ ਨੂੰ ਜੋ ਗੁਰੂ ਜੀ ਨੇ ਜਿਸ ਰਸਤੇ ਪਾਇਆ, ਤੇ ਹਨੂਮਾਨ ਕਹਿੰਦੇ ਜਿੱਥੇ ਜਿੱਥੇ ਵੀ ਕੀਰਤਨ ਹੁੰਦਾ ਹੈ ਨਾ ਹੁਣ ਤੱਕ, ਉੱਥੇ ਉੱਥੇ ਆਪਣੀ ਸ਼ਕਤੀ ਨਾਲ ਦੂਸਰਾ ਸਰੀਰ ਧਾਰ ਕੇ ਤੇ ਕਥਾ ਸੁਣਨ ਜਾਂਦਾ ਹੈ ਹਨੂਮਾਨ। ਨਿਜ ਸਰੂਪ ਸ੍ਰੀ ਨਾਨਕ ਕੀਨੋ, ਇਹ ਉਪਦੇਸ਼ ਦੇ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜਾ ਆਪਣਾ ਸਰੂਪ ਹੈ ਜੋ ਪਹਿਲਾਂ ਵਾਲਾ ਸੀ, ਜਿਵੇਂ ਪਹਿਲਾਂ ਸਤਿਗੁਰੂ ਜੀ ਦਾ ਸੋਹਣਾ ਦਾੜਾ, ਸੁੰਦਰ ਦਸਤਾਰਾ, ਸੁੰਦਰ ਚੋਗਾ, ਉਹੀ ਸਰੂਪ ਧਾਰਨਾ ਕਰ ਲਿਆ, ਉਹੀ ਵਸਤਰਾਂ ਵਿੱਚ। ਮੈਂ ਮਰਦਾਨਾ ਭੇਤਿਓ ਤੀਨੋ, ਮੈਂ ਕਹੀਏ ਭਾਈ ਬਾਲਾ ਜੀ ਕਹਿੰਦੇ ਵੀ ਮੈਂ ਵੀ ਤੇ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਜੀ ਤਿੰਨੋਂ ਪਹਿਲੇ ਸਰੂਪ ਵਿੱਚ ਹੀ ਹੋ ਗਏ। ਭਾਵ ਗੁਰੂ ਜੀ ਦੇ ਰਾਮਚੰਦਰ ਜੀ ਬਣੇ ਹੋਏ ਸੀ, ਉਹ ਆਪਣਾ ਸਰੀਰ ਪਲਟ ਕੇ ਗੁਰੂ ਨਾਨਕ ਸਾਹਿਬ ਕਰ ਲਿਆ। ਭਾਈ ਬਾਲਾ ਜੋ ਲਛਮਣ ਜੀ ਬਣੇ ਹੋਏ ਸਨ, ਉਹ ਪਲਟ ਕੇ ਭਾਈ ਬਾਲਾ ਹੀ ਕਰ ਲਿਆ। ਜੋ ਭਾਈ ਮਰਦਾਨਾ ਮਾਤਾ ਸੀਤਾ ਬਣੇ ਹੋਏ ਸੀ, ਤਾਂ ਉਹ ਸੀਤਾ ਤੋਂ ਰੂਪ ਢਾਹ ਕੇ ਤੇ ਸਤਿਗੁਰ ਜੀ ਨੇ ਭਾਈ ਮਰਦਾਨੇ ਦਾ ਸਰੂਪ ਕਰ ਦਿੱਤਾ ਸੀ। ਇਵੇਂ ਤਿੰਨੇ ਕਹਿੰਦੇ ਅਸੀਂ ਪਹਿਲਾਂ ਵਾਂਗ ਹੀ ਹੋ ਗਏ। ਦੋਹਰਾ ਵਿਦਾ ਭੀਖਨ ਭਏ, ਫਿਰ ਇੱਥੋਂ ਜੋ ਭੀਖਣ ਭਗਤ ਗੁਰਮੁਖ ਹੈ, ਇਸ ਤੋਂ ਸਤਿਗੁਰ ਜੀ ਵਿਦਾ ਹੋਏ ਪ੍ਰੇਮ ਨਾਲ। ਚੱਲੇ ਅਪਰ ਅਸਥਾਨ, ਹੋਰ ਹੀ ਅਸਥਾਨਾਂ ਨੂੰ ਦਾ ਭਲਾ ਕਰਨ ਵਾਸਤੇ ਮਹਾਰਾਜ ਚੱਲ ਪਏ। ਕਰ ਸੰਤੋਖ ਸਿੰਘ ਬੰਦਨਾ, ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਮੈਂ ਨਮਸਕਾਰ ਕਰਕੇ ਪੂਰਨ ਧਿਆਏ ਪਛਾਨ, ਇਹ ਸਰੋਤਾ ਜਨੋ ਇੱਥੇ ਜਿਹੜਾ ਸਤਿਗੁਰ ਜੀ ਦੀ ਮਹਿਮਾ ਦਾ ਅਧਿਆਏ ਹੈ, ਇੱਥੇ ਪੂਰਨ ਕਰਦਾ ਹਾਂ। ਇਹ ਸਰੋਤਾ ਜਨੋ ਗੁਰੂ ਕੇ ਸਿੱਖੋ, ਜਾਣ ਲਓ, ਪਛਾਣ ਲਓ, ਸਮਝ ਲਓ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰ ਦੇ ਲੰਕਾ ਪ੍ਰਸੰਗ ਬਗਨ ਨਾਮ ਅਸ਼ਟਦਸਮੋ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 18 ਅਧਿਆਏ ਉਹ ਸਮਾਪਤ ਹੁੰਦੇ ਹੈ। ਦੋਹਰਾ ਤੁਮ ਅਗਿਆਨ ਤਮ ਅਗਿਆਨ ਬਿਨਾਸਨੀ। ਅਗਲਾ ਪ੍ਰਸੰਗ ਆਰੰਭ ਕਰਦੇ ਕਵੀ ਜੀ, ਤੇ ਜੋ ਕਵਿਤਾ ਦੀ ਦਾਤੀ ਸ਼ਕਤੀ ਸਾਰਦਾ ਦਾ ਮੰਗਲ ਕਰਦੇ ਕਵੀਆਂ ਦੀ ਮਰਿਆਦਾ ਅਨੁਸਾਰ। ਕਹਿੰਦੇ ਜੋ ਕਵਿਤਾ ਦੀ ਦਾਤੀ ਸ਼ਕਤੀ ਸਾਰਦਾ ਹੈ, ਅਗਿਆਨ ਰੂਪੀ ਹਨੇਰੇ ਨੂੰ ਨਾਸ ਕਰਨ ਵਾਲੀ ਹੈ। ਦੇਤ ਗਿਆਨ ਉਰ ਨਾਨਾ, ਹਿਰਦੇ ਵਿੱਚ ਜਿਹੜੇ ਮਨ ਬੁੱਧ ਰੂਪੀ ਨੇਤਰ ਹੈ, ਉਹਨਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਹੈ। ਸ੍ਰੀ ਸਰਸਵਤੀ ਸਮਤ ਦਾ, ਐਸੀ ਜੋ ਸੋਭਾ ਵਾਲੀ ਸਾਰਦਾ ਸ੍ਰੇਸ਼ਟ ਮਤ ਦਾ ਦਾਨ ਦੇਣ ਵਾਲੀ ਹੈ। ਜਾ ਜਾ ਬਸਿਆ ਬਾਨਾ, ਇਹ ਕਵਿਤਾ ਦੀ ਦਾਤੀ ਮੇਰੇ ਕਵੀ ਦੇ ਬੈਣ ਬਚਨਾਂ ਤੇ ਬਾਣੀ ਤੇ ਕਾਵ ਕਵਿਤਾ ਵਿੱਚ ਵਸੀਏ।
ਜਿਸ ਕਰਕੇ ਮੈਂ ਸੋਹਣੀ ਤੇ ਸ੍ਰੇਸ਼ਟ ਕਥਾ ਕਾਵ ਰਚਨਾ ਕਰ ਸਕਾਂ, ਇਹ ਲਿਖ ਸਕਾਂ। ਇਹ ਜੋ ਕਵੀਆਂ ਦੀ ਮਰਿਆਦਾ ਦਾ ਮੰਗਲ ਹੈ, ਜਿਵੇਂ ਕਵੀਆਂ ਦੀ ਸੰਕੇਤਕ ਮਰਿਆਦਾ ਹੈ, ਅਤੇ ਉਹ ਮੰਗਲ ਕੀਤਾ ਭਾਈ ਸੰਤੋਖ ਸਿੰਘ ਜੀ ਨੇ। ਇਸੇ ਤਰ੍ਹਾਂ ਜਿਹੜੇ ਗੁਰਮਤਿ ਦੇ ਅਨੁਸਾਰੀ ਇਹ ਮੰਗਲ ਹੈ, ਪਰਮਾਰਥ ਦਾ ਅੰਤਰੀਵ ਮੰਗਲ ਹੈ, ਵੀ ਗੁਰਬਾਣੀ ਦਾ ਮੰਗਲ ਕਰ ਲੈਂਦੇ ਆ, ਵੀ ਇਹ ਗੁਰਬਾਣੀ ਦਾ ਮੰਗਲ ਹੈ। ਜੋ ਸਤਿਗੁਰ ਜੀ ਕੀ ਧੁਰ ਕੀ ਬਾਣੀ ਹੈ, ਜੋ ਮਹਾਨ ਸੱਚ ਕੀ ਬਾਣੀ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਐਸਾ ਬਾਣੀ ਦਾ ਮੰਗਲ ਕਰਦੇ ਵੀ ਜੋ ਸਤਿਗੁਰੂ ਪਰਮੇਸ਼ਰ ਦੀ ਧੁਰ ਕੀ ਬਾਣੀ ਹੈ, ਜੋ ਗੁਰਮੁਖ ਜਨ ਹੈ। ਕਿਉਂਕਿ ਗੁਰਮੁਖ ਜਾਨੀ ਬਾਣੀ ਨੂੰ ਵਿਚਾਰਦੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਈ। ਜੇ ਕੋਈ ਗੁਰਮੁਖ ਹੋਵੇ ਤਾਂ ਉਹ ਬਾਣੀ ਨੂੰ ਵਿਚਾਰਦਾ ਹੈ। ਐਸੇ ਜਿਹੜੇ ਗੁਰਮੁਖ ਹੈ ਅਤੇ ਬਾਣੀ ਨੂੰ ਵਿਚਾਰਨ ਵਾਲੇ ਹੈ, ਸੱਚ ਕੀ ਬਾਣੀ ਧੁਰ ਕੀ ਬਾਣੀ, ਉਹਨਾਂ ਗੁਰਮੁਖਾਂ ਦੇ ਅੰਦਰੋਂ ਅਗਿਆਨ ਰੂਪੀ ਹੈ ਹਨੇਰੇ ਨੂੰ ਨਾਸ ਕਰਨ ਵਾਲੀ ਹੈ। ਦੇਤ ਗਿਆਨ ਉਰ ਨਾਨਾ, ਗੁਰਮੁਖਾਂ ਦੇ ਹਿਰਦੇ ਵਿੱਚੋਂ, ਹਿਰਦੇ ਵਿੱਚ ਜਿਹੜੇ ਵਿਵੇਕ ਤੇ ਵਿਚਾਰ ਰੂਪੀ ਨੇਤਰ ਹੈ, ਉਹ ਵਿਵੇਕ ਤੇ ਵਿਚਾਰ ਰੂਪੀ ਨੇਤਰਾਂ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਦੇਣ ਵਾਲੀ ਹੈ ਗੁਰਬਾਣੀ। ਸ੍ਰੀ ਸਰਸਵਤੀ ਸਮਤ ਦਾ ਦੇਤ ਗਿਆਨ ਉਰ ਨੈਣ, ਭਾਵ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਜਿਹੜੇ ਨੇਤਰ ਹੈ ਵਿਵੇਕ ਤੇ ਵਿਚਾਰ ਰੂਪੀ, ਉਹਨਾਂ ਵਿਵੇਕ ਤੇ ਵਿਚਾਰ ਰੂਪੀ ਨੇਤਰਾਂ ਵਿੱਚ ਗਿਆਨ ਦਾ ਪ੍ਰਕਾਸ਼ ਦੇਣ ਵਾਲੀ ਹੈ ਗੁਰਬਾਣੀ। ਸੋਭਾ ਵਾਲੀ ਸਰਸਵਤੀ ਕਹੀਏ ਜੋ ਗੁਰਬਾਣੀ ਹੈ, ਸ੍ਰੇਸ਼ਟ ਮਤ ਦੀ ਦਾਤੀ ਹੈ, ਆਤਮ ਵਿਸ਼ੈਣੀ ਬੁੱਧ ਦੀ ਦਾਤੀ ਹੈ ਗੁਰਬਾਣੀ। ਜਾ ਜਾ ਬਤੀਆ ਬਾਨਾ, ਇਹ ਗੁਰਬਾਣੀ ਤੇਰੀ ਜੈ ਹੋਵੇ, ਤੇਰੀ ਜੈ ਫਤਿਹ ਹੋਵੇ। ਮੇਰੇ ਕਵੀ ਦੇ ਬੈਣ ਕਹੀਏ ਬਚਨਾਂ 'ਤੇ, ਬੈਣ ਕਹੀਏ ਬਾਣੀ 'ਤੇ, ਬੈਣ ਰਸਨਾ 'ਤੇ ਵਸੀਏ, ਜਿਸ ਕਰਕੇ ਮੈਂ ਕਵੀ ਇੱਕ ਰਸ ਇਹ ਗੁਰਬਾਣੀ ਆਪ ਤੈਨੂੰ ਪੜ੍ਹਦਾ ਹੀ ਜਾਵਾਂ, ਤੈਨੂੰ ਪੜ੍ਹਦਾ ਹੀ ਜਾਵਾਂ, ਬੇਨਤੀ ਪੜ੍ਹਦਾ ਹੀ ਜਾਵਾਂ। ਕਿਉਂਕਿ हे ਗੁਰਬਾਣੀ ਆਇਆ ਸਫਲ ਤਾਹੂ ਕੋ ਗਨੀਏ, ਜਾਸ ਰਸਨ ਹਰ ਹਰ ਜਸ ਭਨੀਏ। ਜਿਹਦੀ ਰਸਨਾ ਹਰ ਹਰ ਜਸ ਨੂੰ ਕਹਿੰਦੀ ਹੈ ਉਹਦਾ ਸਫਲ ਹੈ। ਇਸ ਕਰਕੇ ਇਹ ਗੁਰਬਾਣੀ ਮੇਰੀ ਰਸਨਾ ਉੱਪਰ ਵਸੀਏ, ਅਤੇ ਜਿਸ ਕਰਕੇ ਮੈਂ ਆਪ ਨੂੰ ਗੁਰਬਾਣੀ ਹਰ ਵਕਤ ਹੀ ਪੜ੍ਹਦਾ ਰਹਾਂ। ਸ੍ਰੀ ਬਾਲਾ ਸੰਗਰ ਵਾਚ ਚੌਪਈ, ਕਹਿ ਬਾਲਾ ਸ੍ਰੀ ਅੰਗਦ ਪਾਸੀ। ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਜੀ ਦੇ ਪਾਸ, ਰੁਚਿਰ ਕਥਾ ਸੁਣੀਏ ਸੁਖ ਰਾਸੀ। ਜੋ ਸਾਰੇ ਸੁੱਖਾਂ ਦੀ ਰਾਸ ਹੈ ਜਾਂ ਸੁੱਖਾਂ ਦਾ ਖਜ਼ਾਨਾ ਹੈ, ਸਤਿਗੁਰੂ ਨਾਨਕ ਸਾਹਿਬ ਜੀ ਦੀ ਸੋਹਣੀ ਕਥਾ ਅੱਗੋਂ ਸੁਣੀਏ। ਸ੍ਰੀ ਗੁਰ ਸਾਂ ਬੋਲਿਓ ਮਰਦਾਨਾ, ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਭਾਈ ਮਰਦਾਨਾ ਬੋਲਿਆ। ਸਭ ਹੀ ਦੀਪ ਦਿਖਾਓ ਮਹਾਨਾ। ਮਹਾਰਾਜ ਜੀ ਭਾਈ ਬਾਲੇ ਦੇ ਕਹਿਣ 'ਤੇ ਤੁਸਾਂ ਨੇ ਲੰਕਾ ਦਿਖਾ ਦਿੱਤੀ ਹੈ, ਹੁਣ ਮੇਰੇ ਮਰਦਾਨੇ ਦੇ ਕਹਿਣ 'ਤੇ ਜਿਹੜੇ 7 ਦੀਪ ਹੈ ਧਰਤੀ ਉੱਪਰ ਉਹ ਦਿਖਾ ਦਿਓ ਜੀ। ਇਹ ਲਾਲਸ ਮੇਰੇ ਮਨ ਮਾਹੀ, ਮੇਰੇ ਮਨ ਵਿੱਚ ਇਹ ਲਾਲਸ ਚਾਹਨਾ ਹੈ 7 ਦੀਪ ਦੇਖਣ ਦੀ। ਦੇਖੋ ਸਬਦ ਦੀਪ ਜੋ ਆਹੀ, ਇਹ ਜੋ ਆ 7 ਦੀਪ ਹੈ ਧਰਤੀ ਸਾਰੀ ਦੇ ਉੱਪਰ, ਇਹ ਮੈਂ ਦੇਖਾਂ। ਆਪ ਜੀ ਦੀ ਕਿਰਪਾ ਨਾਲ ਦਿਖਾਓ ਜੀ। ਸਰਬ ਪ੍ਰਕਾਰ ਸਮਰੱਥ ਸੁਆਮੀ, ਇਹ ਸੁਆਮੀ ਗੁਰੂ ਨਾਨਕ ਸਾਹਿਬ ਜੀ, ਕਿਉਂਕਿ ਆਪ ਸਭ ਤਰ੍ਹਾਂ ਨਾਲ ਸਮਰੱਥ ਤਾਕਤਵਰ ਹੋ। ਜਹ ਚਾਹੋ ਤਹ ਕੇ ਤੁਮ ਗਾਮੀ, ਜਿੱਥੇ ਵੀ ਤੁਸੀਂ ਚਾਹੁੰਦੇ ਹੋ ਉੱਥੇ ਤੁਸੀਂ ਜਾਣ ਵਾਲੇ ਚਲੇ ਜਾਂਦੇ ਹੋ ਜੀ। ਸੁਨ ਕਾ ਬੋਲੇ ਕਿਰਪਾ ਨਿਧਾਨਾ, ਐਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਕਿਰਪਾ ਦੇ ਖਜ਼ਾਨੇ ਭਾਈ ਮਰਦਾਨੇ ਕੋ ਸੁਣ ਕੇ ਬਚਨ ਬੋਲੇ। ਉੱਤਮ ਜੰਬੂ ਦੀਪ ਮਹਾਨਾ, ਕਿਆ ਵੀ ਹੈ ਮਰਦਾਨੇ, ਜਿਹੜਾ ਆਪਣਾ ਜੰਬੂ ਦੀਪ ਹੈ ਨਾ, ਜਿੱਥੇ ਆਪਾਂ ਰਹਿੰਦੇ, ਜਿਸ ਦੀਪ ਵਿੱਚ, ਇਹ ਸਭ ਤੋਂ ਉੱਤਮ ਮਹਾਨ ਹੈ। ਲੱਖ ਜੋਜਨ ਇਸ ਕੋ ਵਿਸਤਾਰੂ, ਇਸ ਜੰਬੂ ਦੀਪ ਦਾ ਜਿਹੜਾ ਲੱਖ ਜੋਜਨ
1 ਲੱਖ ਯੋਜਨ ਵਿਸਤਾਰ ਫੈਲਾ ਹੈ, ਭਾਵ 4 ਲੱਖ ਕੋ ਇਹਦਾ ਫੈਲਾਓ ਹੈ ਇਰਦ ਗਿਰਦ। ਸਭ ਦੀਪਨ ਕੇ ਲਖੋ ਮਝਾਰੂ। ਜਿਹੜੇ ਸਾਰੇ 6 ਦੀਪ ਹੈ ਉਹਨਾਂ ਦੇ ਵਿਚਕਾਰ ਇਸ ਨੂੰ ਜਾਣ ਲਾ, ਜੰਬੂ ਦੀਪ ਨੂੰ। ਆ ਜਿੰਨਾ ਹੁਣ ਏਸ਼ੀਆ ਅੱਡ ਹੋ ਗਿਆ ਨਾ, ਕੋਈ ਦੇਸ਼ ਜਿਹੜੇ ਅੱਡ ਹੋ ਗਏ ਆ ਈਰਾਨ ਅਤੇ ਹੋਰ ਜਿਹੜੇ ਏਸ਼ੀਆ ਵਿੱਚ ਜਿੰਨੇ ਆ ਦੇਸ਼ ਆਉਂਦੇ ਅੱਜ ਕੱਲ੍ਹ, ਥਾਈਲੈਂਡ ਆਦਿਕ, ਇਹ ਸਾਰੇ ਪਹਿਲਾਂ ਜੰਬੂ ਦੀਪ ਸਨ। ਅਤੇ ਮਹਾਰਾਜ ਕਹਿੰਦੇ ਵੀ ਇਹ ਸਾਰੇ 6 ਦੀਪਾਂ ਵਿੱਚ ਹੀ ਵਿਚਕਾਰ ਜਾਣ ਲਓ ਜੰਬੂ ਦੀਪ ਨੂੰ। ਇਹ ਕੇ ਬੀਚ ਮੇਰ ਗਿਰ ਸਾਜਾ। ਮਰਦਾਨਾ ਇਸ ਜੰਬੂ ਦੀਪ ਦੇ ਵਿੱਚ ਸਮੇਰ ਪਰਬਤ ਜਿਹੜਾ ਪਹਾੜ ਹੈ ਬੜਾ ਸਜ ਰਿਹਾ ਹੈ। ਕਮਲ ਬਿਖਾ ਜੋ ਕੋਸ਼ ਬਿਰਾਜਾ। ਕਮਲ ਫੁੱਲ ਦੇ ਵਿੱਚ ਜਿਵੇਂ ਉਹ ਡੋਡੀ ਜੀ ਬਰਾਜ ਦੀ ਸਜਦੀ ਹੈ ਵਿਚਕਾਰ ਜੇ, ਇਸੇ ਤਰ੍ਹਾਂ ਜੋ ਜੰਬੂ ਦੀਪ ਹੈ ਕਮਲ ਦੀ ਨਿਆਈ ਹੈ, ਇਹਦੇ ਵਿੱਚ ਜਿਹੜਾ ਪਹਾੜ ਹੈ ਉਹ ਕਮਲ ਦੀ ਡੋਡੀ ਵਾਂਗ ਵਿਰਾਜ ਸਜ ਰਿਹਾ ਹੈ। ਜੋ ਜਨ ਲਾਖ ਜਾਨੀਏ ਮੇਰੂ। ਜੋ ਸਮੇਰ ਪਰਬਤ 1 ਲੱਖ ਯੋਜਨ ਭਾਵ 4 ਲੱਖ ਕੋ ਸਾਰਾ ਜਾਣ ਲਈਏ। ਕਾਛ ਛੇਤ ਮੈਂ ਕਾਛ ਉਪਰ ਹੈਰੂ। ਉਹ ਕੁਝ ਕੁ ਜਿਹੜਾ ਧਰਤੀ ਵਿੱਚ ਸਮੇਰ ਪਰਬਤ ਥੱਲੇ ਤੇ ਕੁਝ ਉੱਪਰ ਦੇਖਿਆ ਜਾਂਦਾ। ਮਰਦਾਨਿਆ ਦੇਖ ਲਾ ਤੂੰ ਵੀ। ਤਰ ਜਾਮਨ ਤੇ ਜੰਬੂ ਗਾਏ। ਤੇ ਕਿਉਂਕਿ ਆ ਜੰਬੂ ਦੀਪ ਵਿੱਚ ਜਾਮਨੂ ਦੇ ਬ੍ਰਿਸ਼ ਬਹੁਤੇ ਆ, ਜਿਸ ਕਰਕੇ ਇਹਦਾ ਨਾਮ ਜੰਬੂ ਦੀਪ ਗਾਇਆ ਕਿਹਾ ਜਾਂਦਾ ਹੈ। ਹੈ ਨਵ ਖੰਡ ਜੋ ਤੁਝਾ ਦਿਖਾਏ। ਤੇ ਜੋ 9 ਖੰਡ ਹੈ ਉਹ ਇਹ ਜੰਬੂ ਦੀਪ ਵਿੱਚ ਹੀ ਹੈ, ਤੇ ਉਹ ਮਰਦਾਨਾ ਤੈਨੂੰ ਪਹਿਲਾਂ ਦਿਖਾ ਦਿੱਤੇ ਹੈ। ਇਲਾਵਰਤ ਭਰਤ ਖੰਡ ਆਦਿਕ 3 ਮਹਿ ਭਾਰਤ ਖੰਡ ਹੈ ਜੋ। ਉਹਨਾਂ ਸਾਰੇ 9 ਖੰਡਾਂ ਦੇ ਵਿੱਚ ਜੋ ਭਾਰਤ ਖੰਡ ਹੈ ਜਿੱਥੇ ਆਪਾਂ ਰਹਿੰਦੇ ਹਾਂ, ਧਰਾ ਬੀਚ ਕੀ ਜਾਨੋ ਸੋ। ਉਹ ਇਹ 9 ਖੰਡਾਂ ਦੀ ਧਰਤੀ ਦੇ ਵਿੱਚ ਜਾਣ ਲਾ ਭਾਰਤ ਖੰਡ। ਦੋਹਰਾ ਪੁੰਨ ਜਗ ਤਪ ਕਰ ਬੜੇ। ਇਹ ਮਰਦਾਨੇ ਜੋ ਭਾਰਤ ਖੰਡ ਵਿੱਚ ਵੱਡੇ ਵੱਡੇ ਬਹੁਤ ਪੁੰਨ ਕਰਦੇ, ਜੇ ਕੋਈ ਪੁੰਨ ਕਰੇ ਤੇ ਜਿਹੜਾ ਕੋਈ ਬਹੁਤੇ ਜਗ ਕਰੇ ਤੇ ਤਪ ਕਰਦਾ ਹੈ। ਭਰਤ ਖੰਡ ਕੇ ਥਾਨ। ਇਸ ਭਾਰਤ ਖੰਡ ਦੇ ਥਾਂ ਵਿੱਚ ਦੀਪ ਖੰਡ ਆਨ ਦੀਪ ਖੰਡ ਅਨ ਜਾਏ ਸੋ। ਉਹ ਜਿਹੜੇ ਹੋਰ 6 ਦੀਪ ਹੈ ਤੇ ਜਿਹੜੇ ਹੋਰ ਖੰਡ ਹੈ ਉਹਨਾਂ ਦੇ ਵਿੱਚ ਜਾ ਕੇ ਭੋਗ ਹੈ ਭੋਗ ਮਹਾਨ। ਤੇ ਉਹਨਾਂ ਵਿੱਚ ਭੋਗ ਕਹੀਏ ਬਹੁਤੇ ਫਲ ਭੋਗਦਾ, ਅਰਥ ਤੇ ਫਲ ਲੈਣਾ ਵੀ ਬਹੁਤੇ ਫਲ ਨੂੰ ਭੋਗਦਾ, ਬਹੁਤੇ ਸੁੱਖ ਨੂੰ ਮਾਣਦਾ। ਹੋਰਨਾਂ ਖੰਡਾਂ ਵਿੱਚ ਜਾ ਕੇ, ਹੋਰਨਾਂ ਦੀਪਾਂ ਵਿੱਚ ਜਾ ਕੇ ਜਿਹੜਾ ਭਾਰਤ ਖੰਡ ਵਿੱਚ ਬਹੁਤੇ ਪੁੰਨ ਜਗ ਤਪ ਕਰਦਾ ਹੈ। ਚੌਪਈ ਤੇਰੋ ਕਹਿਓ ਨਾ ਮੋਰੋ ਕੈਸੇ। ਮਹਾਰਾਜ ਕਹਿੰਦੇ ਆ ਮਰਦਾਨਾ ਤੂੰ ਸਾਡਾ ਰਬਾਬੀ ਆ, ਕਿਸੇ ਤਰ੍ਹਾਂ ਵੀ ਤੇਰਾ ਕਿਆ ਹੋਇਆ ਨਹੀਂ ਮੋੜ ਸਕਦੇ। ਚਲੋ ਦਿਖਾਵਹੁ ਹੈ ਉਹ ਜਾਸੇ। ਜਿਸ ਤਰ੍ਹਾਂ ਉਹ 6 ਦੀਪ ਹੈਗੇ ਆ, ਚੱਲ ਉਹ ਵੀ ਤੈਨੂੰ ਦਿਖਾ ਦਿੰਦੇ ਆ। ਆਸ ਕਹਿ ਸ੍ਰੀ ਗੁਰ ਚੱਲੇ ਅਗਾਰੀ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਅੱਗੇ ਅੱਗੇ ਚੱਲ ਪਏ। ਇਸ ਸਮੁੰਦਰ ਕੇ ਪਹੁੰਚੇ ਪਾਰੀ। ਇਹ ਜਿਹੜਾ ਸਮੁੰਦਰ ਖਾਰਾ ਸੀ ਜਿੱਥੇ ਸ਼੍ਰੀ ਰਾਮਚੰਦਰ ਜੀ ਨੇ ਪੁਲ ਬੰਨਿਆ ਸੀ, ਇਸ ਦੇ ਪਾਰ ਜਾ ਪਹੁੰਚੇ। ਲੱਖ ਯੋਜਨ ਕੋ ਤੋ ਵਿਸਥਾਰਾ। ਇਸ ਸਮੁੰਦਰ ਦਾ 1 ਲੱਖ ਯੋਜਨ ਜਿਹੜਾ ਵਿਸਥਾਰ 4 ਲੱਖ ਉਹਦਾ ਫੈਲਾਓ ਹੈ ਸੀ। ਪਾਰ ਗਏ ਨਹ ਲਾਗੀ ਵਾਰਾ। ਪਰ ਸਤਿਗੁਰੂ ਜੀ ਨੂੰ ਕੋਈ ਦੇਰ ਨਹੀਂ ਲੱਗੀ, ਛਿਨ ਮਾਤਰ ਵਿੱਚ ਹੀ ਪਾਰ ਲੰਘ ਗਏ ਮਹਾਰਾਜ। ਪਲਖ ਦੀਪ ਮਹਿ ਬੈਠੇ ਜਾਏ। ਜਿਹੜਾ ਪਲਖ ਨਾਮ ਦਾ ਦੀਪ ਹੈ ਉਸ ਪਲਖ ਦੀਪ ਵਿੱਚ ਜਾ ਬੈਠੇ। ਤਰ ਪਿਲਖਨ ਤੇ ਨਾਮ ਖੁਦਾ ਤਰ ਪਿਲਖਨ ਤੇ ਨਾਮ ਸਦਾਏ। ਕਿਉਂਕਿ ਇਸ ਪਲਖ ਦੀਪ ਵਿੱਚ ਪਿਲਖਣ ਦੇ ਬਹੁਤੇ ਬ੍ਰਿਸ਼ ਸਨ, ਜਾਂ ਪਿੱਪਲ ਦੇ ਪੀਲੂ ਦੇ ਬ੍ਰਿਸ਼ ਬਹੁਤੇ ਸੀ, ਜਿਸ ਕਰਕੇ ਇਹਦਾ ਨਾਮ ਪਿਲਖ ਸੱਦਿਆ ਜਾਂਦਾ ਹੈ, ਪਿਲਖਦੀਪ। ਅਧਿਕ ਨਰ ਨਕੋ ਰੁਚਿਰ ਸਰੂਪਾ। ਇਸ ਪਿਲਖਦੀਪ ਵਿੱਚ ਜਿਹੜੇ ਪੁਰਸ਼ਾਂ ਦਾ ਬਹੁਤ ਹੀ ਸੋਹਣੇ ਸਰੂਪ ਹੈ। ਸੁਖ ਭੋਗ ਹੈ ਨਿਜ ਮਨ ਅਨਰੂਪਾ। ਸੁੱਖਾਂ ਨੂੰ ਭੋਗਦੇ ਹੈ ਆਪਣੀ ਇੱਛਾ ਅਨੁਸਾਰ,
ਆਪਣੀ ਜਿਹੋ ਜਿਹੀ ਮਨ ਦੀ ਇੱਛਾ ਹੁੰਦੀ, ਮਨ ਦੀ ਇੱਛਾ ਅਨੁਸਾਰ ਸੁਖ ਨੂੰ ਭੋਗਦੇ ਫਿਲਕ ਦੀਪ ਵਾਲੇ। ਪੈਸ ਸਬਨ ਕੀ ਬਰਸ ਹਜ਼ਾਰੋ। ਇਹ ਸਾਰਿਆਂ ਦੀ ਜਿਹੜੀ ਉਮਰ ਹੈ ਆ ਸਰੀਰ ਦੀ 1000 ਵਰਸ਼ ਹੈ ਸੀ। ਸਮ ਅਮਰਨ ਕੇ ਤਿੰਨ ਵਿਵਹਾਰੋ। ਤੇ ਇਹਨਾਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਜਿਹੜਾ ਸਵਰਗ ਦੇ ਦੇਵਤਿਆਂ ਵਾਲਾ ਹੀ ਵਿਹਾਰ, ਖਾਣ ਪੀਣ ਰਹਿਣ ਸਹਿਣ ਹੈ ਸੀ। ਦੋਹਰਾ ਸਪਤ ਖੰਡ ਤਿਹ ਦੀਪਕੇ। ਇਸ ਪਲਖ ਦੀਪ ਦੇ ਜਿਹੜੇ 7 ਹਿੱਸੇ ਹੈ ਸੀ। ਸਰਤਾ ਸਪਤ ਪਰਵਾਹੇ। ਕਿਉਂਕਿ 7 ਨਦੀਆਂ ਦੇ ਪ੍ਰਵਾਹ ਚੱਲਦੇ ਸੀ, ਜਿਸ ਕਰਕੇ 7 ਹੀ ਇਸ ਦੀਪ ਦੇ ਹਿੱਸੇ ਹੈ। ਸਰਬ ਪ੍ਰਕਾਰ ਆਨੰਦ ਬਹੋ। ਜਿਸ ਕਰਕੇ ਉਹ ਵੱਖੋ ਵੱਖਰੇ ਇਹਨਾਂ ਦੇ 7 ਹਿੱਸੇ ਹੋਣੇ ਕਰਕੇ ਉਹ ਅੱਡ ਅੱਡ ਜੇ ਆਪਣੇ ਆਪਣੇ ਏਰੀਏ ਦੇ ਹੋਣੇ ਕਰਕੇ ਸਾਰਿਆਂ ਨੂੰ ਸਭ ਪ੍ਰਕਾਰ ਨਾਲ ਬਹੁਤ ਹੀ ਆਨੰਦ ਸੁਖ ਹੈ। ਕੰਚਨ ਮੰਦਰ ਮਾਹੇ। ਜਿਸ ਪਲਖ ਦੀਪ ਵਿੱਚ ਸਾਰੇ ਜਿਹੜੇ ਸੋਨੇ ਦੇ ਮੰਦਰ ਮਕਾਨ ਘਰ ਸਨ ਬਣੇ ਹੋਏ। ਚੌਪਈ ਜਹਾਂ ਗੁਰਦਾਸੇ ਨਰ ਬਹੁ ਆਏ। ਜਿੱਥੇ ਸਤਿਗੁਰੂ ਜੀ ਬੈਠੇ ਹੋਏ ਸੀ ਉੱਥੇ ਬਹੁਤ ਪੁਰਸ਼ ਇਕੱਠੇ ਆ ਹੋਏ। ਹੱਥ ਜੋੜ ਪਗ ਸੀਸ ਨਿਵਾਏ। ਹੱਥ ਜੋੜ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਸੀਸ ਨਿਵਾਉਂਦੇ ਐ। ਅਪਰ ਦੀਪਕ ਸੰਤ ਸਰੂਪਾ। ਆਪੋ ਵਿੱਚ ਵਿਚਾਰਾਂ ਕਰਦੇ ਆ, ਕਹਿੰਦੇ ਇੱਕ ਦੂਜੇ ਨੂੰ ਕਿ ਇਹ ਵੀ ਹੋਰ ਇੱਕ ਦੀਪ ਦਾ ਸੰਤ ਸਰੂਪ ਆਇਆ ਹੋਇਆ ਹੈ। ਆਸ ਲਖ ਆਨਹ ਭੇਟ ਅਨੂਪਾ। ਇਹ ਹੋਰ ਹੀ ਕਿਸੇ ਦੀਪ ਵਿੱਚੋਂ ਇਹ ਸੰਤ ਸਰੂਪ ਆਏ ਹੋਏ, ਐਸਾ ਜਾਣ ਕੇ ਅਨੂਪਮ ਸੁੰਦਰ ਭੇਟਾਂ ਲਿਆਉਂਦੇ ਹਨ। ਮਧੁਰ ਧਰੇ ਫਲ ਰੁਚਿਰ ਅਗਾਰੀ। ਤੇ ਕਈ ਕੁ ਜਿਹੜੇ ਆ ਤੇ ਮਿੱਠੇ ਮਿੱਠੇ ਸੋਹਣੇ ਫਲ ਜਿਹੜੇ ਸਤਿਗੁਰੂ ਜੀ ਅੱਗੇ ਲਿਆ ਰੱਖੇ ਕਈਆਂ ਨੇ। ਬੈਠੇ ਚਾਹਾਂ ਦਿਸ ਅਚਰਜ ਧਾਰੀ। ਬੜੀ ਹੈਰਾਨੀ ਜੀ ਧਾਰ ਕੇ ਸਤਿਗੁਰੂ ਜੀ ਦੇ 4 ਸਵੇਰੇ ਆ ਬੈਠੇ ਐ। ਸ੍ਰੀ ਪ੍ਰਭ ਤਿਨ ਸਿਉ ਬੈਨ ਉਚਾਰੇ। ਗੁਰੂ ਸਾਹਿਬ ਜੀ ਨੇ ਉਹ ਬੈਠੇ ਹੋਏ ਪੁਰਸ਼ਾਂ ਦੇ ਨਾਲ ਐਸੇ ਬਚਨ ਉਚਾਰੇ ਕਹੇ। ਸਭ ਵਿਦ ਹੈ ਆਨੰਦ ਤੁਮਾਰੇ। ਸਭ ਤਰ੍ਹਾਂ ਨਾਲ ਵੀ ਤੁਹਾਨੂੰ ਆਨੰਦ ਹੈ, ਤੁਹਾਨੂੰ ਖੁਸ਼ੀ ਖੇੜਾ ਹੈ। ਜਿਸ ਪ੍ਰਕਾਰ ਇਸ ਦੀਪ ਮਝਾਰਾ। ਜਿਸ ਤਰ੍ਹਾਂ ਵੀ ਇਸ ਪਲਖ ਦੀਪ ਦੇ ਵਿਚਕਾਰ ਹਮ ਸਾ ਕਹੋ ਸਰਬ ਵਿਵਹਾਰਾ। ਸਾਡੇ ਨਾਲ ਉਸ ਤੁਸੀਂ ਸਾਰਾ ਕੁਝ ਹੀ ਕਹੋ। ਜਿਸ ਤਰ੍ਹਾਂ ਇਹ ਦੀਪ ਵਿੱਚ ਸਾਰਾ ਵਿਹਾਰ ਲੈਣ ਦੇਣ ਰਹਿਣ ਸਹਿਣ ਹੁੰਦਾ ਹੈ, ਉਹ ਸਾਨੂੰ ਵੀ ਸਾਰਾ ਹੀ ਕਹਿ ਦਿਓ। ਸੁਖ ਦੁਖ ਜੇ ਤੋ ਹੈ ਤੁਝ ਤਾਈ। ਤੁਹਾਡੇ ਤਾਈਂ ਜਿੰਨਾ ਵੀ ਕਿਸੇ ਨੂੰ ਸੁੱਖ ਹੈ, ਜਿਤਨਾ ਕਿਸੇ ਨੂੰ ਦੁੱਖ ਹੈ, ਸੋ ਸੁਨਾਵਹ ਕੋਰ ਬਿਹਾਈ। ਝੂਠ ਨੂੰ ਛੱਡ ਕੇ ਉਹ ਸਾਰਾ ਹੀ ਆਪਣਾ ਸੁੱਖ ਕਿੰਨਾ ਹੈ ਦੁੱਖ ਕਿੰਨਾ ਹੈ ਸਾਡੇ ਤਾਈਂ ਦੱਸ ਦਿਓ। ਦੋਹਰਾ ਨਰ ਬੋਲੇ ਤਿਸ ਦੀਪਕੇ। ਉਸ ਪਲਖ ਦੀਪ ਦੇ ਜਿਹੜੇ ਪੁਰਸ਼ ਸਤਿਗੁਰੂ ਜੀ ਕੋਲ ਆਏ ਹੋਏ ਸੀ ਉਹ ਬੋਲੇ, ਹੈ ਸੁਖ ਸਰਬ ਪ੍ਰਕਾਰ। ਮਹਾਰਾਜ ਉਂਝ ਤਾਂ ਸਭ ਤਰ੍ਹਾਂ ਨਾਲ ਸੁਖੀ ਸੁਖ ਹੈ। ਤ੍ਰੈ ਦੁਖ ਹੈ ਸਭ ਹਿਨ ਬਿਖੈ। ਬਾਕੀ ਮਹਾਰਾਜ 3 ਦੁੱਖ ਉਹ ਸਾਰਿਆਂ ਦੇ ਵਿੱਚ ਹੀ ਹੈਗਾ ਹੈ ਇੱਥੇ। ਸੋ ਹਮ ਕਰ ਹੈ ਉਚਾਰ। ਉਹ ਅਸੀਂ ਉਚਾਰਨ ਕਰਕੇ ਤੁਹਾਨੂੰ ਦੱਸਦੇ ਕਹਿੰਦੇ ਹਾਂ ਜੀ। ਚੌਪਈ ਬੜੋ ਆਪ ਤੇ ਜਿਹ ਕੋ ਜਾਣ ਹੈ। ਉਹ ਮਾਰੇ ਪਹਿਲਾ ਦੁੱਖ ਕੀ ਹੈ ਵੀ ਜਿਸ ਨੂੰ ਅਸੀਂ ਆਪਣੇ ਆਪ ਤੋਂ ਵੱਡਾ ਸ਼ਾਹੂਕਾਰ ਜਾਂ ਗੁਣਾਂ ਵਿੱਚ ਜਿਸ ਨੂੰ ਜਾਣਦੇ ਹਾਂ ਜਾਂ ਸਾਡੇ ਤੋਂ ਵੱਡਾ ਹੈ, ਤਿਹ ਸੋ ਮਨ ਮਹਿਮਤ ਸਰ ਠਾਨ ਹੈ। ਉਸ ਨੂੰ ਵੱਡਾ ਜਾਣ ਕੇ ਉਹਦੇ ਨਾਲ ਅਸੀਂ ਮਨ ਵਿੱਚ ਬੜੀ ਈਰਖਾ ਧਾਰਦੇ ਕਰਦੇ ਸੜਦੇ ਮੱਚਦੇ ਹਾਂ ਵੇਖ ਵੇਖ ਕੇ। ਲਗ ਕੋ ਦੇਖ ਗਰਭ ਉਰ ਧਰਹੀ। ਤੇ ਛੋਟੇ ਨੂੰ ਦੇਖ ਕੇ ਵੀ ਜਿਹੜਾ ਸਾਡੇ ਤੋਂ ਛੋਟਾ ਤੁੱਛ ਹੈ ਮਾਇਆ ਚੋਂ ਵੀ ਗੁਣਾਂ ਚੋਂ ਵੀ, ਤੇ ਉਹਦੇ ਸਾਹਮਣੇ ਅਸੀਂ ਹਿਰਦੇ ਵਿੱਚ ਬੜਾ ਹੰਕਾਰ ਧਾਰਦੇ ਵੀ ਤੂੰ ਕੀ ਆ ਉਹ ਸਾਡੇ ਅੱਗੇ। ਜੋ ਸਮ ਹੋਏ ਸਪਰਦਾ ਕਰਹੀ। ਤੇ ਜੋ ਸਾਡੇ ਸਾਹਮਣੇ ਹੁੰਦਾ ਹੈ ਸਾਡੇ ਬਰਾਬਰ ਦਾ ਹੁੰਦਾ ਹੈ, ਮਾਇਆ ਵਿੱਚੋਂ ਵੀ ਗੁਣਾਂ ਵਿੱਚੋਂ ਵੀ ਸਭ ਤਰ੍ਹਾਂ ਨਾਲ ਉਹਦੀ ਅਸੀਂ ਵਕੀਲੀ ਕਰਦੇ, ਭਾਵ ਉਹਦੀ ਨਿੰਦਿਆ ਕਰਦੇ, ਚੁਗਲੀਆਂ ਮਾਰਦੇ ਉਹਦੀਆਂ। ਇਨ ਦੁਖ ਤੇ ਹੈ ਨਰ ਦੁਖਵੰਤੇ। ਇਹਨਾਂ ਦੁੱਖਾਂ ਤਿੰਨਾਂ ਕਰਕੇ ਸਤਿਗੁਰੂ ਜੀ ਇੱਥੋਂ ਦੇ ਜਿਹੜੇ ਪੁਰਸ਼ ਹੈ ਬਹੁਤ ਹੀ ਦੁੱਖ ਵਾਲੇ ਹੋਏ ਹੋਏ ਹੈ। ਔਰ
ਸਰਬ ਸੁਖ ਸੁਨਹ ਬਿਰਤੰਤੇ। ਉਹ ਤੇ ਸਾਰੀ ਸੁਖ ਸ਼ਾਂਤੀ ਹੈ, ਸਾਰੀ ਸੌਖੀ ਹੈ। ਮਹਾਰਾਜ ਇਹ ਸਾਡਾ ਦੁੱਖ ਵਾਲਾ ਪ੍ਰਸੰਗ ਬਿਰਤਾਂਤ ਸੁਣੋ ਜੀ। ਸੁਨ ਕਰ ਬੋਲੇ ਕਿਰਪਾ ਨਿਧਾਨਾ। ਸੁਣ ਕਰਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਬੋਲੇ ਐ। ਬਚਨ ਹਮਾਰੇ ਕਰਹੁ ਪਰਮਾਨਾ। ਮਹਾਰਾਜ ਕਹਿੰਦੇ ਵੀ ਸਾਡੇ ਜਿਹੜੇ ਬਚਨ ਹੈ ਨਾ ਸੱਚੇ ਸੁੱਚੇ, ਉਹ ਤੁਸੀਂ ਚੰਗੀ ਤਰ੍ਹਾਂ ਹੀ ਮੰਨਣਾ ਕਰੋ। ਇਹ ਤੀਨਾ ਦੁਖ ਜਾਏ ਭਲਾਈ। ਇਹ ਜਿਹੜੇ ਤੁਹਾਡੇ ਤਿੰਨ ਦੁੱਖ ਹੈ ਨਾ ਬੜੇ ਭੈੜੇ ਲੱਗੇ ਹੋਏ, ਇਹ ਆਪਣੇ ਆਪ ਹੀ ਭੱਜ ਜਾਣਗੇ। ਸਦਾ ਆਨੰਦ ਰਹਿ ਤੁਮ ਤਾਈ। ਫਿਰ ਸਦਾ ਹੀ ਤੁਹਾਡੇ ਤਾਂ ਹੀ ਆਨੰਦ ਰਹੇਗਾ, ਤੁਸੀਂ ਸੁਖੀ ਰਹੋਗੇ। ਬੂਝਨ ਲੱਗੇ ਸੇ ਨਰ ਕਰ ਬੰਦੇ। ਉਸ ਵੇਲੇ ਜਿਹੜੇ ਪੁਰਸ਼ ਆਏ ਹੋਏ ਸੀ ਹੱਥ ਜੋੜ ਕੇ ਪੁੱਛਣ ਲੱਗੇ, ਦੇਹੋ ਸੀਖ ਜਿਵ ਸਦਾ ਆਨੰਦੇ। ਮਹਾਰਾਜ ਜੀ ਸਾਨੂੰ ਸਿੱਖਿਆ ਦਿਓ ਜਿਸ ਕਰਕੇ ਸਾਨੂੰ ਸਦਾ ਹੀ ਆਨੰਦ ਖੇੜਾ ਬਣਿਆ ਰਹੇ। ਦੋਹਰਾ ਸਰਬ ਵਿਖੈ ਇਕ ਰਾਮ ਹੈ। ਮਹਾਰਾਜ ਕਹਿੰਦੇ ਵੀ ਸਾਰਿਆਂ ਵਿੱਚ ਇੱਕ ਵਿਆਪਕ ਰਾਮ ਹੀ ਹੈ। ਰਾਮ ਬਿਨਾ ਨਹਿ ਕੋਏ। ਤੇ ਰਮੇ ਹੋਏ ਪਰਮਾਤਮਾ ਵਿਆਪਕ ਤੋਂ ਬਿਨਾਂ ਤੇ ਕੋਈ ਨਹੀਂ ਨਾ ਹੈਗਾ। ਐਸੇ ਜਬ ਉਰ ਮੈਂ ਲਖੋ। ਜਦੋਂ ਤੁਸੀਂ ਐਸਾ ਹਿਰਦੇ ਵਿੱਚ ਜਾਣੋਗੇ ਵੀ ਸਭ ਥਾਂ ਵਿਆਪਕ ਹੈ ਪਰਮਾਤਮਾ, ਦ્વੈਤ ਨਾ ਕਬਹੁ ਹੋਏ। ਇਹ ਦਵੈਤ ਭਾਵ ਕਦੇ ਨਹੀਂ ਹੋਏਗਾ, ਕਦੀ ਈਰਖਾ ਨਹੀਂ ਹੋਏਗੀ। ਚੌਪਈ ਦ੍ਰਿੜ ਮਨ ਮਹਿ ਇਸ ਬਿਦ ਜਬ ਹੋਊ। ਜਦੋਂ ਇਸ ਤਰ੍ਹਾਂ ਤੁਹਾਡੇ ਮਨ 'ਚ ਪੱਕੀ ਗੱਲ ਹੋ ਜਾਏਗੀ ਵੀ ਪਰਮਾਤਮਾ ਸਾਰੇ ਥਾਂ ਹੀ ਵਿਆਪਕ ਹੈ, ਸਾਰੇ ਸਰੀਰਾਂ ਵਿੱਚ ਹੀ, ਕਬ ਪੁਨ ਦੁਖ ਨ ਵਿਆਪੈ ਕੋ। ਤਦੋਂ ਤੁਹਾਨੂੰ ਕੋਈ ਦੁੱਖ ਜਿਹੜਾ ਵਿਆਪੇਗਾ ਨਹੀਂ, ਲੱਗੇਗਾ ਹੀ ਨਹੀਂ। ਸਤਿਨਾਮ ਕੋ ਜਾਪ ਜਪੀਜੈ। ਇਸ ਕਰਕੇ ਵੀ ਤੁਸੀਂ ਜੋ ਸਤਿਨਾਮ ਵਾਹਿਗੁਰੂ ਦਾ ਜਾਪ ਉਹਨੂੰ ਜਪਿਆ ਕਰੋ। ਸਤਿਗੁਰ ਸਿਮਰਤਿ ਹਾਵਲ ਕੀਜੈ। ਸਤਿਗੁਰੂ ਜੋ ਪਰਮਾਤਮਾ ਵਾਹਿਗੁਰੂ ਉਸ ਨੂੰ ਸਿਮਰ ਯਾਦ ਕਰਕੇ ਤਿੰਨ ਮੇਲ ਦਾ ਜਿਹੜਾ ਪ੍ਰਸ਼ਾਦ ਕੜਾਹ ਪ੍ਰਸ਼ਾਦ ਉਹਨੂੰ ਕਰ ਲਿਆ ਕਰੋ। ਕਰ ਅਰਦਾਸ ਸਿਖਨ ਮੁਖ ਪਾਵਹੁ। ਫਿਰ ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਸੰਗਤ ਰੂ ਵਿੱਚ ਖੜਿਆਂ ਹੋ ਕੇ ਅਰਦਾਸ ਕਰਕੇ ਤੇ ਆਪਣੇ ਸਮੇਤ ਸਿੱਖਾਂ ਦੇ ਮੁਖ ਵਿੱਚ ਪਾਓ ਪ੍ਰਸ਼ਾਦ। ਤਬ ਦੁਬਿਧਾ ਔਰ ਸਕਲ ਨਸਾਵਹੁ। ਤਦੋਂ ਜਿਹੜੀ ਦੁਬਿਧਾ ਦੁਚਿੱਤਾਪਨ ਹੈ ਹਿਰਦੇ ਵਿੱਚ ਸਾਰਾ ਹੀ ਨਾਸ ਕਰ ਦਿਓ, ਨਸਾ ਦਿਓ, ਦੂਰ ਕਰ ਦਿਓ, ਖਤਮ ਕਰ ਦਿਓ। ਮ੍ਰਿਦਲ ਬਚਨ ਇਸ ਬਿਦ ਸੁਨ ਗੁਰ ਕੇ। ਐਵੇਂ ਮਿੱਠੇ ਪਿਆਰੇ ਕੋਮਲ ਬਚਨ ਸਤਿਗੁਰੂ ਜੀ ਦੇ ਇਸ ਤਰ੍ਹਾਂ ਦੇ ਸੁਣ ਕੇ ਪਾਏ ਸੇ ਨਰ ਸਿਖ ਸਰਦਾ ਧਰ ਕੇ। ਸਾਰੇ ਜਿਹੜੇ ਉੱਥੇ ਪੁਰਸ਼ ਸੀ ਬੜੀ ਸ਼ਰਧਾ ਧਾਰ ਕੇ ਗੁਰੂ ਜੀ ਦੇ ਸਿੱਖ ਹੋ ਗਏ। ਕਿਤਕ ਦਿਵਸ ਤਹ ਡੇਰਾ ਰਾਖਿਓ। ਕੁਝ ਕੁ ਦਿਨ ਸਤਿਗੁਰੂ ਜੀ ਨੇ ਪਲਖ ਦੀਪ ਦੇ ਇਲਾਕੇ ਵਿੱਚ ਹੀ ਡੇਰਾ ਟਿਕਾਣਾ ਕਰੀ ਰੱਖਿਆ। ਅਗਰਜ ਗਮਨ ਬਹਰ ਅਬਿਲਾਖਿਓ। ਫਿਰ ਵੀ ਹੁਣ ਅੱਗੇ ਭਲਾ ਕਰਨ ਜਾਈਏ, ਅੱਗੇ ਜਾਣ ਲਈ ਇੱਛਾ ਜੀ ਸਤਿਗੁਰੂ ਨੇ ਕੀਤੀ ਹੈ। 2 ਲੱਖ ਜੋਜਨ ਦੀਪ ਵਿਸਾਲਾ। 2 ਲੱਖ ਜਿਹੜਾ ਯੋਜਨ ਇਹ ਮਹਾਨ ਦੀਪ ਹੈ ਸੀ ਵੱਡਾ, ਭਾਵ 8 ਲੱਖ ਕੋ ਇਹ ਪਲਖ ਦੀਪ ਦਾ ਏਰੀਆ ਹੈ ਸੀ। ਲੰਗ ਗਏ ਸਗਰੋ ਤਤਕਾਲਾ। ਸਤਿਗੁਰੂ ਜੀ ਦੇ ਇਸ 8 ਲੱਖ ਕੋ ਦੇ ਦੀਪ ਪਲਖ ਦੀਪ ਨੂੰ ਬੜੀ ਛੇਤੀ ਲੰਘ ਗਏ ਐ। ਬਹੁਰ ਆਵਾ ਉਦਦ ਅਦਾਰੀ। ਫਿਰ ਜਿਹੜਾ ਮੁੜ ਸਮੁੰਦਰ ਅੱਗੇ ਆ ਗਿਆ। ਰਸ ਉਖਹ ਕੋ ਜੋ ਅਨਹਾਰੀ। ਜਿਸ ਸਮੁੰਦਰ ਦੇ ਵਿੱਚ ਜਿਹੜਾ ਜਲ ਹੈ ਗੰਨੇ ਦੇ ਰਸ ਵਾਂਗ ਹੈ, ਗੰਨੇ ਦੇ ਰਸ ਜਿਹਾ ਹੈ ਜਲ ਮਿੱਠਾ। 2 ਲੱਖ ਜੋਜਨ ਕੇਰ ਪਰਮਾਨਾ। ਇਸ ਸਮੁੰਦਰ ਦਾ ਜਿਹੜਾ ਅੰਦਾਜ਼ਾ ਹੈ 2 ਲੱਖ ਯੋਜਨ ਹੈ ਸੀ ਪ੍ਰਮਾਣ ਮਿਣਤੀ ਵਿੱਚ, ਅੰਦਾਜ਼ੇ ਵਿੱਚ, ਭਾਵ 8 ਲੱਖ ਕੋਜ ਦਾ ਪ੍ਰਮਾਣ ਹੈ ਸੀ ਅੰਦਾਜ਼ਾ। ਤਿਹ ਪਰ ਕੀਨ ਪ੍ਰਭੂ ਪ੍ਰਸਥਾਨਾ। ਤੇ ਉਸ 8 ਲੱਖ ਕੋਹ ਦੇ ਸਮੁੰਦਰ ਉੱਪਰ ਸਤਿਗੁਰੂ ਜੀ ਨੇ ਚੱਲਣਾ ਕੀਤਾ। ਪਗ ਅੰਗੁਸ਼ਟ ਨਾ ਕਹਿ ਠਾਂ ਪੀਨੋ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਸਤਿਗੁਰੂ ਜੀ ਦੇ ਚਰਨ ਦਾ ਅੰਗੂਠਾ ਵੀ ਨਹੀਂ ਭਿੱਜਿਆ ਐਸੇ ਸਮੁੰਦਰ ਵਿੱਚ। ਚੱਲੇ ਸੁਖ ਸੋ ਹਮ ਤੀਨੋ। ਕਿਹ ਥਾਂ ਭਾਵ ਕਿਸੇ ਥਾਂ ਵੀ ਸਤਿਗੁਰੂ ਜੀ ਦੇ ਚਰਨ ਦਾ ਅੰਗੂਠਾ ਨਹੀਂ ਸੀ ਭਿੱਜਾ। ਤੇ
ਚੱਲੇ ਸੁਖ ਸੋ ਹਮ ਵੀ ਤੀਨੋਂ। ਇਹ ਮਹਾਰਾਜ ਸਾਡੇ ਦੋਨਾਂ ਦੇ ਸਮੇਤ ਤਿੰਨੇ ਸਤਿਗੁਰੂ ਜੀ ਦੇ ਸਮੇਤ ਅਸੀਂ ਬੜੇ ਸੁੱਖ ਨਾਲ ਹੀ ਚੱਲੇ ਜਾ ਰਹੇ ਸਾਂ ਸਮੁੰਦਰ ਉੱਪਰ। ਪਾਰ ਕਰਾਰ ਹੁਤ ਜਿਹ ਥਾਈ, ਜਿਸ ਥਾਂ ਇਸ ਸਮੁੰਦਰ ਦਾ ਪਾਰਲਾ ਕਿਨਾਰਾ ਹੈ ਸੀ, ਤਹ ਪਹੁੰਚੇ ਜਸ ਪਦ ਜਗ ਸਾਈ। ਸੰਸਾਰ ਦੇ ਸਾਈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੜੀ ਛੇਤੀ ਉੱਥੇ ਜਾ ਪਹੁੰਚੇ। ਸਾਲ ਮਲੀ ਸੋ ਦੀਪ ਸੁਹਾਵਾ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਜਿਹੜਾ ਹੈ ਦੂਸਰੇ ਦੀਪ ਵਿੱਚ ਫਿਰ ਪ੍ਰਵੇਸ਼ ਕੀਤਾ। ਫਿਰ ਉੱਥੇ ਜਾ ਕੇ ਜਿਵੇਂ ਉਪਦੇਸ਼ ਦ੍ਰਿੜ ਕਰਵਾਇਆ ਸਤਿਨਾਮ ਵਾਹਿਗੁਰੂ ਦਾ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਸਮਾਂ ਇੱਥੇ ਤਕਰੀਬਨ ਪੂਰਾ ਹੋ ਗਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਪਾਗ ਅੰਗੁਸ਼ਟ ਨਾ ਕਹਿ ਠਾ ਪੀਨਾ, ਚੱਲੇ ਸੁਖ ਸੋ ਹਮ ਪੀ ਤਿਨੋ। ਪਾਰ ਕਰਾਰ ਹੁਤੋ ਜਿਹ ਥਾਈ, ਤਹ ਪਹੁੰਚੇ ਜਸ ਪਦ ਜਗ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।